ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਉਹਨਾਂ ਮੁੱਦਿਆਂ ਦੇ ਉੱਤੇ ਕੀ ਚਰਚਾ ਕੈਨੇਡਾ ਦੇ ਵਿੱਚ ਹੋ ਰਹੀ ਹੈ ਤੁਹਾਡੇ ਨਾਲ ਸਾਂਝਾ ਕਰਨ ਦੇ ਲਈ। ਅੱਜ ਇੱਕ ਵੈਨਕੂਵਰ ਈਸਟ ਸਾਈਡ ਦਾ ਮੁੱਦਾ ਬਹੁਤ ਚਰਚਾ ਦੇ ਵਿੱਚ ਹੈ ਕਿਉਂਕਿ ਕੈਨੇਡਾ ਪੋਸਟ ਨੇ ਚਿੱਠੀਆਂ ਵੰਡਣ ਤੋਂ ਨਾਂਹ ਕਰ ਦਿੱਤੀ ਕਿ ਅਸੀਂ ਇਸ ਇਲਾਕੇ ਦੇ ਵਿੱਚ ਸਾਨੂੰ ਖਤਰਾ ਆ, ਇੱਧਰ ਅਸੀਂ ਨਹੀਂ ਜਾ ਸਕਦੇ। ਕੀ ਮਾਮਲਾ ਆ, ਇਹਦੇ ਬਾਰੇ ਗੱਲਬਾਤ ਕਰਾਂਗੇ। ਗੈਸ ਦੀਆਂ ਕੀਮਤਾਂ ਫੇਰ ਵੱਧ ਰਹੀਆਂ, ਕਾਫੀ ਵੱਧ ਚੁੱਕੀਆਂ। ਵੈਨਕੂਵਰ ਦੇ ਵਿੱਚ $2 ਤੋਂ ਜ਼ਿਆਦਾ ਕੀਮਤ ਹੋ ਗਈ ਆ। ਲੋਕ ਚਿੰਤਤ ਨੇ, ਮਹਿੰਗਾਈ ਤੋਂ ਲੋਕ ਪਰੇਸ਼ਾਨ ਨੇ। ਕੈਨੇਡਾ ਦੇ ਵਿੱਚ ਖਾਸ ਕਰ ਜਿਹੜੇ ਫੂਡ ਬੈਂਕ ਨੇ, ਜਿਹੜੇ ਗਰੀਬ ਲੋਕਾਂ ਨੂੰ ਫ੍ਰੀ ਭੋਜਨ ਦਿੰਦੇ ਆ, ਉਹਨਾਂ ਦੇ ਉੱਤੇ ਬਹੁਤ ਸਾਰਾ ਪ੍ਰੈਸ਼ਰ ਆ ਇਸ ਵੇਲੇ। ਅਲਬਰਟਾ ਤੋਂ ਇੱਕ ਖਬਰ ਆਈ ਹੈ ਕਿ ਉੱਥੋਂ ਦੀਆਂ ਇੰਸ਼ੋਰੈਂਸ ਕੰਪਨੀਆਂ ਨੂੰ ਵੱਡਾ ਫਾਇਦਾ ਹੋ ਰਿਹਾ। ਉਹਨੇ ਲੋਕ ਕਲੇਮ ਨਹੀਂ ਕਰਦੇ ਜਿੰਨਾ ਉਹਨਾਂ ਨੂੰ ਪੈਸਾ ਉਹਨਾਂ ਦੀਆਂ ਫੀਸਾਂ ਦਾ ਆ ਜਾਂਦਾ ਆ, ਅਤੇ ਲਗਾਤਾਰ ਮੁਨਾਫਾ ਵੱਧ ਰਿਹਾ। ਟੋਰਾਂਟੋ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜਿਹਦੇ ਵਿੱਚ ਇੱਕ ਵਿਅਕਤੀ ਨੇ ਫਾਰਮ ਖਰੀਦਿਆ, 45 ਏਕੜ ਦਾ ਮੂਵ ਹੋਣਾ, ਪਰ ਕਿਰਾਏਦਾਰ ਉਹਦੇ ਵਿੱਚੋਂ ਬਾਹਰ ਨਹੀਂ ਜਾ ਰਹੇ। ਵੈਨਕੂਵਰ ਦੇ ਵਿੱਚ ਅੰਤਰਰਾਸ਼ਟਰੀ ਮਾਂ ਬੋਲੀ ਫਿਲਮ ਫੈਸਟੀਵਲ ਹੋ ਰਿਹਾ, ਇਹਦੇ ਬਾਰੇ ਗੱਲਬਾਤ ਕਰਾਂਗੇ ਨਵਲਪ੍ਰੀਤ ਰੰਗੀ ਹੁਣਾਂ ਨਾਲ। ਇਸੇ ਤਰ੍ਹਾਂ ਸਿਟੀ ਆਫ ਸਰੀ ਵਿੱਚ ਮੇਅਰ ਦੀ ਕੁਰਸੀ ਲਈ ਦੌੜ ਸ਼ੁਰੂ ਆ। ਪ੍ਰੋਗਰਾਮ ਦੇ ਆਖਰ ਵਿੱਚ ਬਹੁਤ ਮਹੱਤਵਪੂਰਨ ਗੱਲਬਾਤ ਸਿਟੀ ਆਫ ਸਰੀ ਦੇ ਵਿੱਚ ਮੇਅਰ ਦੀ ਚੋਣ ਸੰਬੰਧੀ ਗੁਰਪ੍ਰੀਤ ਸਿੰਘ ਸੋਤਾ ਹੁਣਾਂ ਦੇ ਨਾਲ ਅਸੀਂ ਖਾਸ ਤੌਰ ਦੇ ਉੱਤੇ ਕਰਨੀ ਹੈ, ਅਤੇ ਹਰ ਸੋਮਵਾਰ ਇਹ ਖਾਸ ਗੱਲਬਾਤ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਕਰਾਂਗੇ। ਪ੍ਰੋਗਰਾਮ ਦੇ ਆਖਰ ਵਿੱਚ ਤੁਸੀਂ ਅੱਜ ਇਹ ਗੱਲਬਾਤ ਦੇਖੋਗੇ। ਮਾਮਲਾ ਕੈਨੇਡਾ ਦੇ ਸ਼ਹਿਰ ਵੈਨਕੂਵਰ ਦਾ। ਵੈਨਕੂਵਰ ਸ਼ਹਿਰ ਦੇ ਵਿੱਚ ਇੱਕ ਇਲਾਕਾ ਆ ਜਿਹਨੂੰ ਡਾਊਨਟਾਊਨ ਈਸਟ ਸਾਈਡ ਕਹਿੰਦੇ ਆ। ਇਸ ਇਲਾਕੇ ਦੀਆਂ ਕੁਝ ਖਾਸੀਅਤਾਂ ਨੇ। ਖਾਸੀਅਤਾਂ ਕੀ ਨੇ? ਖਬਰ ਇਸ ਵੇਲੇ ਇਹ ਆ ਕਿ ਕੈਨੇਡਾ ਪੋਸਟ ਜਿਹੜੀ ਕੈਨੇਡਾ ਦੇ ਵਿੱਚ ਸਰਕਾਰੀ ਤੌਰ 'ਤੇ ਇੱਕ ਜਿਹੜੀ ਅਧਿਕਾਰਤ ਏਜੰਸੀ ਆ, ਜਿਹੜੀ ਚਿੱਠੀਆਂ ਵੰਡਣ ਦਾ ਕੰਮ ਕਰਦੀ ਆ, ਮੇਲ ਡਿਲੀਵਰ ਕਰਦੀ ਆ, ਉਹਨੇ ਇਹਨਾਂ 2 ਬਲਾਕਸ ਵਿੱਚ ਜਾਣ ਤੋਂ ਨਾਂਹ ਕਰ ਦਿੱਤੀ ਆ। ਪਿਛਲੇ ਕਾਫੀ ਦਿਨਾਂ ਤੋਂ ਇੱਧਰ ਚਿੱਠੀਆਂ ਵੰਡ ਨਹੀਂ ਰਹੇ, ਸਮਾਨ ਡਿਲੀਵਰ ਨਹੀਂ ਕਰ ਰਹੇ। ਮਾਮਲਾ ਉਹ ਕਹਿੰਦੇ ਵੀ ਸਾਡੀ ਸੇਫਟੀ ਦਾ ਹੈ, ਸਾਡੀ ਹੈਲਥ ਦਾ ਆ, ਸਾਨੂੰ ਲੱਗਦਾ ਨਹੀਂ ਕਿ ਅਸੀਂ ਇੱਥੇ ਸੁਰੱਖਿਅਤ ਹਾਂ। ਕਰਾਊਨ ਕਾਰਪੋਰੇਸ਼ਨ ਆ ਇਹ, ਜਿਨ੍ਹਾਂ ਨੇ 0 ਤੋਂ ਲੈ ਕੇ 100 ਬਲਾਕ ਈਸਟ ਹੇਸਟਿੰਗ ਸਟਰੀਟ ਦੇ ਉੱਤੇ 23 ਮਾਰਚ ਤੋਂ ਬਾਅਦ ਇਹ ਗਏ ਨਹੀਂ ਉੱਥੇ। ਇਹ ਈਮੇਲ ਰਾਹੀਂ ਕਨਫਰਮੇਸ਼ਨ ਇਹਨਾਂ ਨੇ ਦਿੱਤੀ ਹੈ। ਉਹ ਕਹਿੰਦੇ ਅਸੀਂ ਕੰਮ ਕਰ ਰਹੇ ਹਾਂ ਇਸ ਇਸ਼ੂ ਨੂੰ ਰਿਜ਼ੋਲਵ ਕਰਨ ਦੇ ਲਈ, ਪਰ ਮਾਮਲਾ ਨਿਬੜਦਾ ਅਜੇ ਤੱਕ ਨਜ਼ਰ ਨਹੀਂ ਆ ਰਿਹਾ। ਜਿਹੜੇ ਕਸਟਮਰ ਅਫੈਕਟ ਹੋਏ ਆ, ਮਤਲਬ 0 ਤੋਂ ਲੈ ਕੇ 100 ਬਲਾਕ ਤੱਕ ਜਿੰਨੇ ਲੋਕ ਰਹਿੰਦੇ, ਉਹਨਾਂ ਨੂੰ ਸਾਰਿਆਂ ਨੂੰ ਕਿਹਾ ਕਿ ਤੁਸੀਂ ਫਲਾਣੀ ਥਾਂ ਦੇ ਉੱਤੋਂ ਜਾ ਕੇ ਆਪਣੀ ਚਿੱਠੀ ਪੱਤਰ ਚੱਕ ਲਓ, ਉਹ ਵੀ ਇੰਨੇ ਸਮੇਂ ਦੇ ਦੌਰਾਨ, ਤੇ ਜਿਹੜਾ ਉੱਥੋਂ ਲਗਭਗ 2 ਕਿਲੋਮੀਟਰ ਦੂਰ ਆ। ਮਾਮਲਾ ਕੀ ਆ? ਡਾਊਨਟਾਊਨ ਈਸਟ ਸਾਈਡ ਇੱਕ ਨੇਬਰਹੁੱਡ ਆ ਵੈਨਕੂਵਰ ਦਾ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਇਹ ਸਿਟੀ ਦਾ ਇੱਕ ਓਲਡੈਸਟ ਨੇਬਰਹੁੱਡ ਆ, ਅਤੇ ਇਹ ਬੜੀਆਂ ਕੰਪਲੈਕਸ ਸੋਸ਼ਲ ਇਸ਼ੂਜ਼ ਨੇ ਇਸ ਇਲਾਕੇ ਦੇ। ਡਰੱਗ ਯੂਜ਼ ਬਹੁਤ ਆ ਇੱਥੇ, ਹੋਮਲੈਸਨੈਸ ਆ, ਪਾਵਰਟੀ ਆ, ਗਰੀਬੀ ਆ, ਕ੍ਰਾਈਮ ਆ, ਇੱਥੇ ਮੈਂਟਲ ਇਲਨੈਸ ਦਾ ਬਹੁਤ ਸਾਰੇ ਇਸ਼ੂਜ਼ ਨੇ, ਸੈਕਸ ਵਰਕਰ ਦੇ ਇੱਥੇ ਬਹੁਤ ਸਾਰੇ ਇਸ਼ੂਜ਼ ਨੇ। ਇਸ ਕਰਕੇ ਕਈ ਤਰ੍ਹਾਂ ਦੀਆਂ ਇੱਧਰ ਆਮ ਤੌਰ 'ਤੇ ਲੋਕ ਜਾਣਾ ਸੁਰੱਖਿਅਤ ਨਹੀਂ ਸਮਝਦੇ ਵੈਨਕੂਵਰ ਦੇ ਵਿੱਚ ਡਾਊਨਟਾਊਨ ਈਸਟ ਸਾਈਡ ਹੇਸਟਿੰਗ ਦੇ ਉੱਤੇ। ਅਤੇ ਹੁਣ ਇਹ ਜਿਹੜਾ ਨੇਬਰਹੁੱਡ ਹੈਗਾ ਹੈ, ਜਦੋਂ ਪੁਰਾਣੇ ਸਮੇਂ ਤੋਂ ਹੀ ਦੇਖਦੇ ਹਾਂ, ਕਈ ਦਹਾਕਿਆਂ ਤੋਂ ਪੋਲੀਟੀਕਲੀ ਕਲਚਰਲੀ ਇੱਥੇ ਕਈ ਕੁਛ ਇਹਦੇ ਵਿੱਚ ਬਹੁਤ ਕੁਛ ਹੁੰਦਾ ਆਇਆ ਆ। ਕਿਸ ਤਰੀਕੇ ਦੇ ਨਾਲ ਇਹ ਇਲਾਕਾ ਗਰੀਬੀ ਦੇ ਵਿੱਚ ਚਲਿਆ ਗਿਆ, ਜਾਂ ਕਿਸ ਤਰੀਕੇ ਦੇ ਨਾਲ ਇੱਥੇ ਬਹੁਤ ਸਾਰੇ ਫੈਕਟਰਸ ਦੇ ਨਾਲ ਇੱਥੇ ਜਿਹੜੀ ਹਾਰਡ ਡਰੱਗ ਦਾ ਅਸਰ ਹੋਇਆ, ਇੱਥੇ ਪਾਲਿਸੀਜ਼ ਹੋਈਆਂ, ਕਿਸ ਤਰ੍ਹਾਂ ਜਿਹੜੇ ਸੈਕਸ ਵਰਕਰਸ ਦੇ ਇਸ਼ੂਜ਼ ਆਏ ਆ, ਲਗਾਤਾਰ ਇਹ ਸਾਰਾ ਕੁਛ ਇੱਥੇ ਚੱਲਦਾ ਰਿਹਾ। ਅਤੇ ਹਾਲਤ ਇਹ ਹੋ ਗਈ ਕਿ 1997 ਦੇ ਵਿੱਚ ਇੱਥੇ HIV ਇਨਫੈਕਸ਼ਨ ਦੀ ਐਪੀਡੈਮਿਕ ਜਿਹੜੀ ਆ ਉਹ ਡਿਕਲੇਅਰ ਕਰਨੀ ਪਈ। ਡਰੱਗ ਓਵਰਡੋਜ਼ ਦੀ ਇੱਥੇ ਇਸ਼ੂ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਆਇਆ। 2018 ਦੇ ਵਿੱਚ ਕ੍ਰਿਟੀਕਲ ਇਸ਼ੂ ਬਣ ਗਿਆ ਇੱਥੇ ਓਪੀਓਡ ਓਵਰਡੋਜ਼ ਦੇ ਅਤੇ ਫੈਂਟਾਨਿਲ ਦੇ। ਅਤੇ ਚਲਦੀ ਇਹ ਗੱਲਬਾਤ ਇੱਥੇ ਤੱਕ ਚਲੇਗੀ ਕਿ ਹੁਣ ਕੈਨੇਡਾ ਪੋਸਟ ਇਸ ਪਾਸੇ ਜਾਣ ਤੋਂ ਕਤਰਾ ਰਹੀ ਆ। ਇੱਥੇ 7000 ਪਾਪੂਲੇਸ਼ਨ ਦੱਸਦੇ ਆ ਪੂਰੇ ਸ਼ਹਿਰ ਦੇ ਵਿੱਚ, ਅਤੇ ਬਹੁਤ ਇੱਥੇ ਮੇਲ ਅਤੇ ਅਡਲਟ ਹਾਈ ਪ੍ਰਪੋਰਸ਼ਨ ਦੇ ਵਿੱਚ ਆ, ਅਤੇ ਬਹੁਤ ਜਿਹੜੇ ਇਕੱਲੇ ਰਹਿੰਦੇ ਆ ਇੱਥੇ। ਇਹਨਾਂ ਦੇ ਖਾਸ ਕਰ ਬਹੁਤ ਸਾਰੇ ਇਸ਼ੂਜ਼ ਨੇ। ਅਤੇ ਹੁਣ ਇਹ ਸਿਚੁਏਸ਼ਨ ਜਦੋਂ ਇਸ ਲੋਕੇਸ਼ਨ ਦੇ ਉੱਤੇ ਡਿਲੀਵਰੀ ਦਾ ਮਾਮਲਾ ਆਇਆ, ਕਿਹਾ ਇਹ ਜਾ ਰਿਹਾ, ਜਿਹੜਾ ਉਹਨਾਂ ਨੇ ਸਮੱਸਿਆ ਦੱਸੀ ਆ ਕਿ ਸਾਡੀ ਹੈਲਥ ਇਸ਼ੂਜ਼ ਨੇ ਅਤੇ ਅਸੀਂ ਇੱਥੇ ਸੇਫ ਫੀਲ ਨਹੀਂ ਕਰਦੇ। ਅਤੇ ਉਹਨਾਂ ਨੇ ਕਿਹਾ ਵੀ 333 ਵੁੱਡਲੈਂਡ ਡਰਾਈਵ ਦੇ ਉੱਤੇ ਜਾ ਕੇ ਤੁਸੀਂ ਉੱਥੋਂ ਜਿਹੜਾ ਆਪਣਾ ਚਿੱਠੀਆਂ ਪੱਤਰ ਹੈਗੇ ਆ ਉਹ ਚੱਕ ਸਕਦੇ ਆ। ਹੁਣ ਲੋਕਾਂ ਨੂੰ ਪਰੇਸ਼ਾਨ ਹੋ ਰਹੀ ਹੈ ਕਿਉਂਕਿ ਬਹੁਤ ਸਾਰੇ ਲੋਕ ਵੈਲਫੇਅਰ ਦੇ ਚੈੱਕ ਉਹਨਾਂ ਦੇ ਇਹਨਾਂ ਐਡਰੈਸਿਸ ਦੇ ਉੱਤੇ ਆਉਣੇ, ਉਹ ਚੈੱਕ ਉਹਨਾਂ ਤੱਕ ਸ਼ਾਇਦ ਨਹੀਂ ਪਹੁੰਚਣਗੇ ਕਿਉਂਕਿ 23 ਮਾਰਚ ਦਾ ਇਹ ਸਾਰਾ ਕੁਝ ਬੰਦ ਕੀਤਾ ਹੈ। ਅਤੇ ਹੁਣ ਸਮਾਂ ਨੇੜੇ ਆ ਰਿਹਾ ਜਦੋਂ ਉਹਨਾਂ ਨੂੰ ਇਹ ਚੈੱਕ ਉਹਨਾਂ ਦੇ ਤੱਕ ਜਾਣੇ ਆ। ਤਾਂ ਪਰ ਕੈਨੇਡਾ ਪੋਸਟ ਇਸ ਵੇਲੇ ਇਹ ਕਹਿ ਰਹੀ ਹੈ ਕਿ ਤੁਸੀਂ ਵੁੱਡਲੈਂਡ ਡਰਾਈਵ ਦੇ ਉੱਤੇ 10 ਵਜੇ ਤੋਂ ਲੈ ਕੇ 2 ਵਜੇ ਤੱਕ, ਜਿਹੜਾ ਕਿ ਉੱਥੋਂ 2 ਕਿਲੋਮੀਟਰ ਆ, ਉੱਥੋਂ ਜਾ ਕੇ ਚੱਕ ਸਕਦੇ ਹਾਂ। 0 ਤੋਂ 100 ਬਲਾਕ ਈਸਟ ਹੇਸਟਿੰਗ ਸਟਰੀਟ ਦੇ ਉੱਤੇ ਕੈਨੇਡਾ ਪੋਸਟ ਨੇ ਜਾਣ ਤੋਂ ਨਾਂਹ ਕਰ ਦਿੱਤੀ ਆ। ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀ ਵਾਲੀ ਗੱਲ ਵੀ ਆ, ਬੜੀ ਦੁੱਖ ਵਾਲੀ ਗੱਲ ਵੀ ਆ ਕਿ ਕੈਨੇਡਾ ਦੇ ਵਿੱਚ ਸੂਬਾ ਬ੍ਰਿਟਿਸ਼ ਕੋਲੰਬੀਆ, ਅਤੇ ਬ੍ਰਿਟਿਸ਼ ਕੋਲੰਬੀਆ ਦਾ ਸਭ ਤੋਂ ਮਹੱਤਵਪੂਰਨ ਸ਼ਹਿਰ ਵੈਨਕੂਵਰ
ਤੇ ਵੈਨਕੂਵਰ ਦੇ ਇੱਕ ਇਲਾਕੇ ਦੇ ਵਿੱਚ ਕੈਨੇਡਾ ਪੋਸਟ ਨੂੰ ਜਾਣ ਤੋਂ ਡਰ ਲੱਗਦਾ। ਉੱਥੇ ਆਮ ਲੋਕਾਂ ਦਾ ਕੀ ਹਾਲ ਆ, ਕੀ ਉੱਥੇ ਇਸ਼ੂ ਨੇ, ਕਿਉਂ ਇਹਨਾਂ ਇਸ਼ੂਜ਼ ਨੂੰ ਰਿਜ਼ੋਲਵ ਨਹੀਂ ਕੀਤਾ ਜਾਂਦਾ, ਕਿਉਂ ਉੱਥੇ ਡਰੱਗ ਯੂਜ਼ ਜ਼ਿਆਦਾ ਆ, ਕਿਉਂ ਹੋਮਲੈਸਨੈਸ ਇੱਥੇ ਜ਼ਿਆਦਾ ਆ, ਕਿਉਂ ਲੋਕ ਇਸ ਪਾਸੇ ਜਾਣ ਤੋਂ ਕਤਰਾਉਂਦੇ ਆ। ਤੇ ਅੱਜ ਕੈਨੇਡਾ ਪੋਸਟ ਪਿਛਲੇ ਕਾਫੀ ਦਿਨਾਂ ਤੋਂ ਇਸ ਪਾਸੇ ਚਿੱਠੀ ਪੱਤਰ ਵੰਡਣ ਨਹੀਂ ਗਈ। ਇਹ ਸੱਚਮੁੱਚ ਇੱਕ ਚਿੰਤਾ ਤੇ ਦੁੱਖ ਵਾਲੀ ਗੱਲ ਆ। ਇੱਕ ਖਬਰ ਗੈਸ ਪ੍ਰਾਈਸਿਸ ਬਾਰੇ ਆ ਰਹੀ ਹੈ। ਲਗਾਤਾਰ ਗੈਸ ਦੀਆਂ ਕੀਮਤਾਂ ਵਧਦੀਆਂ ਹੈ ਕੈਨੇਡਾ ਦੇ ਵਿੱਚ, ਇਹਨਾਂ ਨੇ ਚਿੰਤਾ ਪੈਦਾ ਕੀਤੀ ਹੈ। ਤੇ ਮੈਟਰੋ ਵੈਨਕੂਵਰ ਦੇ ਵਿੱਚ ਅੱਜ $2 ਤੋਂ ਜ਼ਿਆਦਾ ਜਿਹੜਾ ਗੈਸ ਦਾ ਰੇਟ ਦੇਖਿਆ ਗਿਆ ਹੈ। ਰਿਪੋਰਟ ਰੀਸੈਂਟ ਡੇਜ਼ ਦੇ ਵਿੱਚ ਵੀ, ਪਿਛਲੇ ਸਮੇਂ ਦੇ ਵਿੱਚ ਵੀ ਆ ਰਹੀਆਂ ਸੀਗੀਆਂ ਕਿ ਕਈ ਲੋਕੇਸ਼ਨਸ ਦੇ ਉੱਤੇ $2 ਤੋਂ ਜ਼ਿਆਦਾ ਪਰ ਲੀਟਰ ਜਿਹੜਾ ਗੈਸ ਦਾ ਪ੍ਰਾਈਸ ਹੈਗਾ ਆ। ਜਦੋਂ ਐਨਾਲਿਸਿਸ ਕੀਤਾ ਜਾ ਰਿਹਾ, ਜਿਹੜੇ ਗੈਸ ਵੱਡੀ ਆ ਉਹਦੇ ਪ੍ਰਾਈਸ ਵੈਨਕੂਵਰ ਦੇ ਵਿੱਚ ਦੱਸ ਰਹੇ ਆ ਕਿ ਇਹ 50 ਸੈਂਟ ਜ਼ਿਆਦਾ ਆ ਜੇਕਰ ਐਸੇ ਸਮੇਂ ਦੇ ਵਿੱਚ ਪਿਛਲੇ ਸਾਲ ਗੈਸ ਦਾ ਪ੍ਰਾਈਸ ਦੇਖਿਆ ਜਾਵੇ। 50 ਸੈਂਟ 1 ਲੀਟਰ ਦੇ ਪਿੱਛੇ ਬਹੁਤ ਵੱਡੀ ਅਮਾਊਂਟ ਹੁੰਦੀ ਹੈ। ਬਿਨਾਂ ਸ਼ੱਕ ਇਹਦਾ ਸੰਬੰਧ ਕਿਤੇ ਨਾ ਕਿਤੇ ਉੱਧਰਲੇ ਪਾਸੇ ਜਾ ਕੇ ਰਸ਼ੀਆ ਤੇ ਯੂਕਰੇਨ ਦੇ ਯੁੱਧ ਨਾਲ ਜੋੜਿਆ ਜਾ ਰਿਹਾ, ਪਰ ਫਿਰ ਵੀ ਬਹੁਤ ਸਾਰੇ ਹੋਰ ਫੈਕਟਰ ਵੀ ਦੱਸੇ ਜਾ ਰਹੇ ਆ ਜਿਹਦੇ ਨਾਲ ਲੋਅਰ ਮੇਨਲੈਂਡ ਦੇ ਵਿੱਚ ਇਹ ਗੈਸ ਦੀਆਂ ਕੀਮਤਾਂ ਜ਼ਿਆਦਾ ਵਧੀਆਂ ਆ। ਇਸੇ ਤਰ੍ਹਾਂ ਹੀ ਕੁਛ ਦਿਨਾਂ ਦੇ ਵਿੱਚ ਹੀ ਉੱਧਰ ਓਨਟਾਰੀਓ ਵਾਲੇ ਪਾਸੇ ਵੀ 23 ਸੈਂਟ ਜ਼ਿਆਦਾ ਗੈਸ ਜਿਹੜੀ ਆ ਉਹ ਆਮ ਨਾਲੋਂ ਦੱਸੀ ਜਾ ਰਹੀ ਆ। ਤੇ ਇਹ ਵੀ ਐਕਸਪੈਕਟ ਕੀਤਾ ਜਾ ਰਿਹਾ ਕਿ ਹੁਣ $2 ਦੀ ਰੇਂਜ ਦੇ ਵਿੱਚ ਰਹਿਣੀ ਆ। ਪਿੱਛੇ ਜਿਹੇ ਥੋੜ੍ਹੀਆਂ ਜਿਹੀਆਂ ਹਾਲਾਤ ਜਿਹੜੇ ਥੋੜ੍ਹੇ ਜਿਹੇ ਪਿਛਲੇ ਹਫ਼ਤੇ ਦੇ ਵਿੱਚ ਠੀਕ ਠਾਕ ਹੋਏ ਸੀਗੇ, ਕਿਉਂਕਿ ਇਹਦੇ ਤੋਂ ਪਹਿਲਾਂ ਕੀਮਤਾਂ 2.16 ਪਰ ਲੀਟਰ ਦੀ ਰੇਂਜ ਦੇ ਉੱਤੇ ਵੀ ਪਹੁੰਚ ਗਈਆਂ ਸੀ। ਯੂਕਰੇਨ ਵਾਲੀ ਲੜਾਈ ਕਦੋਂ ਮੁੱਕਦੀ ਆ, ਉਹਦਾ ਇਹਨਾਂ ਕੀਮਤਾਂ ਦੇ ਉੱਤੇ ਕਦੋਂ ਅਸਰ ਹੁੰਦਾ ਹੈ, ਤੇ ਜਾਂ ਲੋਕਾਂ ਨੂੰ ਫਿਰ ਇੰਨੀਆਂ ਕੀਮਤਾਂ ਦੇਣ ਦੀ ਆਦਤ ਪੈ ਜਾਂਦੀ ਹੈ ਤੇ ਇਹ ਸਾਰਾ ਕੁਝ ਇੱਥੇ ਟਿਕ ਜਾਂਦਾ। ਇਹ ਵੀ ਬਹੁਤ ਵੱਡੇ ਸਵਾਲ ਆ। ਕਈ ਫੈਕਟਰ ਜਿਹੜੀ ਮਹਿੰਗਾਈ ਆ ਕੈਨੇਡਾ ਦੇ ਵਿੱਚ, ਇਹਨੇ ਬਹੁਤ ਵੱਡਾ ਇੱਕ ਲੋਕਾਂ ਨੂੰ ਚਿੰਤਾ ਪੈਦਾ ਕੀਤੀ ਆ। ਤੇ ਇਹ ਸਾਰੇ ਕੁਝ ਦੇ ਵਿੱਚ ਲੋਅਰ ਮੇਨਲੈਂਡ ਦੇ ਵਿੱਚ ਤੇ ਪੂਰੇ ਨੇਸ਼ਨ ਦੇ ਵਿੱਚ ਜਿਸ ਕਿਸਮ ਦੀਆਂ ਇਹ ਗੈਸ ਦੀਆਂ ਸਮੱਸਿਆਵਾਂ ਆ ਰਹੀਆਂ, ਲੋਕ ਇਸ ਤੋਂ ਚਿੰਤਤ ਨੇ। ਭਾਵੇਂ ਇਹਦਾ ਸੰਬੰਧ ਯੂਕਰੇਨ ਦੇ ਕ੍ਰਾਈਸਿਸ ਨਾਲ ਜੋੜਿਆ ਜਾ ਰਿਹਾ, ਭਾਵੇਂ ਇਹਦਾ ਸੰਬੰਧ ਪੈਂਡੈਮਿਕ ਤੋਂ ਬਾਅਦ ਇੱਕਦਮ ਲੋਕਾਂ ਦੀ ਗੈਸ ਦੀ ਵਧੀ ਮੰਗ ਨਾਲ ਜੋੜਿਆ ਜਾ ਰਿਹਾ, ਪਰ ਫਿਰ ਵੀ $2 ਦੇ ਨੇੜੇ ਤੇੜੇ ਜਾਂ $2 ਤੋਂ ਜ਼ਿਆਦਾ 1 ਲੀਟਰ ਗੈਸ ਦਾ ਪੇ ਕਰਨਾ ਲੋਕਾਂ ਦੇ ਲਈ ਕਾਫੀ ਔਖਾ ਆ। ਪਿੱਛੇ ਜਿਹੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਨੇ ਅਨਾਊਂਸ ਵੀ ਕੀਤਾ ਸੀ ਮਾਰਚ ਦੇ ਵਿੱਚ ਕਿ ਲੋਕਾਂ ਨੂੰ $110 ਰਿਬੇਟ ਜਿਹੜਾ ਇੱਕ ਵਾਰੀ ਦਾ ਉਹ ਦਿੱਤਾ ਜਾਊਗਾ। ਬਹੁਤ ਸਾਰੇ ਲੋਕਾਂ ਨੇ ਇਹਦੀ ਸਿਫਤ ਕੀਤੀ ਸੀ, ਇਹਨੂੰ ਜੀ ਐਂ ਕਿਹਾ ਸੀ। ਕ੍ਰਿਟਿਕ ਇਹਦੀ ਆਲੋਚਨਾ ਵੀ ਕਰ ਰਿਹਾ ਸੀ ਕਿ ਕੋਈ ਪੱਕਾ ਹੱਲ ਹੋਣਾ ਚਾਹੀਦਾ। ਜਿਹੜੀ ਗੈਸ ਦੀ ਕੀਮਤ ਆ ਉਹ ਬਾਕੀ ਕੈਨੇਡਾ ਦੇ ਵਿੱਚ ਹੋਰ ਆ, ਤੇ ਘੱਟੋ ਘੱਟ ਇੱਥੇ BC ਤੇ ਲੋਅਰ ਮੇਨਲੈਂਡ ਦੇ ਵਿੱਚ ਇਹਦੇ ਵਿੱਚ ਇੰਨਾ ਜ਼ਿਆਦਾ ਫਰਕ ਕਿਉਂ ਆ, ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਕੰਟਰੋਲ ਕੀਤਾ ਜਾਣਾ ਚਾਹੀਦਾ। ਮਹਿੰਗਾਈ ਦੇ ਨਾਲ ਹੀ ਅਗਲੀ ਖਬਰ ਜਿਹੜੀ ਉਹ ਫੂਡ ਇਨਸਿਕਿਉਰਿਟੀ ਬਾਰੇ ਆ। ਕੈਨੇਡਾ ਦੇ ਵਿੱਚ ਜਿਹੜੀ ਫੂਡ ਇਨਸਿਕਿਉਰਿਟੀ ਆ, ਹਾਲਾਂਕਿ ਬਹੁਤ ਵਿਕਸਿਤ ਦੇਸ਼ ਆ ਤੇ ਇੱਦਾਂ ਦੇ ਵਿਕਸਿਤ ਦੇਸ਼ ਦੇ ਵਿੱਚ ਫੂਡ ਇਨਸਿਕਿਉਰਿਟੀ ਦਾ ਮਾਮਲਾ ਨਹੀਂ ਆਉਣਾ ਚਾਹੀਦਾ, ਪਰ ਫਿਰ ਵੀ ਭਾਵੇਂ ਇਸ ਗੱਲ 'ਤੇ ਯਕੀਨ ਕਰਨਾ ਬਹੁਤ ਔਖਾ ਆ, ਪਰ ਇਹ ਵੀ ਸੱਚਾਈ ਆ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੀ ਫੂਡ ਇਨਸਿਕਿਉਰਿਟੀ ਆ ਉਹਦੇ ਤੋਂ ਪ੍ਰਭਾਵਿਤ ਨੇ। ਸਟੈਟਿਸਟਿਕਸ ਕੈਨੇਡਾ ਦੱਸਦੀ ਆ ਕਿ ਫੂਡ ਇਨਸਿਕਿਉਰਿਟੀ ਦੇ ਨਾਲ 1.15 ਮਿਲੀਅਨ ਜਿਹੜੇ ਬੱਚੇ ਆ, ਜਾਣੀ ਕਿ ਮੋਟੇ ਤੌਰ ਦੇ ਉੱਤੇ 6 ਦੇ ਵਿੱਚੋਂ ਇੱਕ ਬੱਚਾ 18 ਸਾਲਾਂ ਤੋਂ ਥੱਲੇ ਇਸ ਫੂਡ ਇਨਸਿਕਿਉਰਿਟੀ ਤੋਂ ਪ੍ਰਭਾਵਿਤ ਆ। ਖਾਣੇ ਦੀ ਸਮੱਸਿਆ ਨੂੰ ਕਿਤੇ ਨਾ ਕਿਤੇ ਆਉਂਦੀ ਹੈ ਤੇ 2007 ਤੋਂ ਬਾਅਦ ਲਗਾਤਾਰ ਇਸ ਨੰਬਰ ਦੇ ਵਿੱਚ ਵਾਧਾ ਹੋ ਰਿਹਾ। ਫੂਡ ਇਨਸਿਕਿਉਰਿਟੀ ਹੈਗੀ ਆ ਸਾਰੇ ਲੋਕਾਂ ਦੇ ਵਿੱਚ, ਸਾਰੇ ਸਮਿਆਂ ਦੇ ਵਿੱਚ ਰਹੀ ਆ। ਇੱਥੇ ਜਿਹੜੀ ਉਹਨਾਂ ਦੀਆਂ ਡਾਇਟਰੀ ਨੀਡਸ ਆ ਉਹ ਪੂਰੀਆਂ ਨਹੀਂ ਹੋ ਰਹੀਆਂ, ਪਰ ਇਸ ਵੇਲੇ ਇਹਦੇ ਨਾਲ ਹੁਣ ਜਿਹੜੀ ਵੱਧਦੀ ਮਹਿੰਗਾਈ ਆ ਇਹਦਾ ਬਹੁਤ ਵੱਡਾ ਇਹਦਾ ਅਸਰ ਇਹਦੇ ਉੱਤੇ ਪੈ ਰਿਹਾ ਆ। BC ਦੇ ਵਿੱਚ ਇੱਕ ਚੈਰਿਟੀ ਜਿਹੜੀ ਇਹਨਾਂ ਬੱਚਿਆਂ ਨੂੰ ਭੋਜਨ ਪ੍ਰੋਵਾਈਡ ਕਰਦੀ ਆ, ਉਹ ਦੱਸ ਰਹੀ ਆ ਇਸ ਵੇਲੇ ਕਿ ਉਹਨਾਂ ਦੇ ਕੋਲ ਖਾਣੇ ਦੀ ਮੰਗ ਵਧੀ ਆ। ਬੈਕਪੈਕ ਬਡੀਜ਼ ਇਹਨਾਂ ਦਾ ਨਾਂ ਆ, ਤੇ ਟਾਰਗੇਟ ਇਹਨਾਂ ਦਾ ਇਹ ਆ ਕਿ ਜਿਹੜੇ ਵੀਕਐਂਡ ਹੰਗਰ ਗੈਪ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਪੂਰਾ ਕਰਨਾ। ਬਹੁਤ ਸਾਰੇ ਬੱਚੇ ਸਕੂਲ ਦੇ ਵਿੱਚ ਭੋਜਨ ਤੋਂ ਬਾਅਦ ਵੀਕਐਂਡ ਦੇ ਉੱਤੇ ਜਿਹੜੀ ਸਮੱਸਿਆ ਆਉਂਦੀ ਉਹਦੇ ਨਾਲ ਇਹ ਜੂਝ ਰਹੇ ਆ। ਤੇ ਇਹਦੀ ਡਾਇਰੈਕਟਰ ਇਸ ਚੈਰਿਟੀ ਬੈਕਪੈਕ ਬਡੀਜ਼ ਦੀ ਦੱਸ ਰਹੀ ਆ ਕਿ ਜਦੋਂ ਦਾ ਪੈਂਡੈਮਿਕ ਸਟਾਰਟ ਹੋਇਆ ਸਾਡੇ ਕੋਲ ਬਹੁਤ ਸਾਰੇ ਲੋਕ ਅਪਰੋਚ ਕਰ ਰਹੇ ਆ ਕਿ ਪਿਛਲੇ 4 ਤੋਂ 6 ਹਫ਼ਤੇ ਦੇ ਵਿੱਚ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਆ ਰਹੀਆਂ, ਇਹਨਾਂ ਦਾ ਫੋਨ ਵੱਜਣਾ ਬੰਦ ਨਹੀਂ ਹੋ ਰਿਹਾ। ਨਵੀਆਂ ਕਮਿਊਨਿਟੀ, ਨਵੇਂ ਸਕੂਲ, ਨਵੇਂ ਲੋਕ ਇਹਨਾਂ ਨੂੰ ਕਾਲ ਕਰ ਰਹੇ ਆ ਕਿ ਉੱਥੇ ਬੱਚਿਆਂ ਨੂੰ ਭੋਜਨ ਦੀ ਜ਼ਰੂਰਤ ਆ। ਤੇ ਇਸ ਕਰਕੇ ਇਹਨਾਂ ਨੇ ਉਹ ਕਹਿੰਦੇ ਪਿਛਲੇ ਹਫ਼ਤੇ ਅਸੀਂ 500 ਹੋਰ ਬੱਚਾ ਆਪਣੇ ਪ੍ਰੋਗਰਾਮ ਦੇ ਵਿੱਚ ਐਡ ਕੀਤਾ।
ਜਿਹਦੇ ਵਿੱਚ ਸਾਲਟ ਸਪਰਿੰਗ ਆਈਲੈਂਡ ਵੀ ਆ, ਲੋਅਰ ਜਿਹੜਾ ਓਲੀਵਰ ਵੀ ਆ, ਪੈਂਟਿੰਗਟਨ ਵੀ ਆ, ਤੇ ਹੋਰ ਇਲਾਕੇ ਵੀ ਇਹਦੇ ਵਿੱਚ ਸ਼ਾਮਲ ਨੇ। ਲੋਅਰ ਮੇਨਲੈਂਡ ਦੇ ਵਿੱਚ ਵੀ ਇਹ ਸਮੱਸਿਆ ਕਿਤੇ ਨਾ ਕਿਤੇ ਹੈਗੀ ਆ, ਪਰ ਖਾਸ ਕਰਕੇ ਜਿਹੜੇ ਇੰਡੀਜੀਨੀਅਸ ਲੋਕ ਨੇ ਉਹਨਾਂ ਦੇ ਵਿੱਚ ਇਹ ਸਮੱਸਿਆ ਬਹੁਤ ਵੱਡੇ ਪੱਧਰ ਦੇ ਉੱਤੇ ਆ। ਚੈਰਿਟੀ ਲੋਕਾਂ ਨੂੰ ਅਪੀਲ ਵੀ ਕਰ ਰਹੀ ਹੈ ਕਿ ਸਾਨੂੰ ਡੋਨੇਟ ਕੀਤਾ ਜਾਵੇ, ਸਾਡੇ ਕੋਲ ਵਲੰਟੀਅਰ ਆਉਣ ਤਾਂ ਕਿ ਅਸੀਂ ਮਦਦ ਕਰ ਸਕੀਏ ਇਹਨਾਂ ਬੱਚਿਆਂ ਦੀ। $20 ਉਹ ਕਹਿੰਦੇ ਇੱਕ ਨਿਆਣੇ ਦਾ ਖਾਣਾ ਜੇਕਰ ਤੁਸੀਂ ਦੇਣਾ ਤੇ ਉਹ ਲੱਗਦੇ ਆ ਇਸ ਪ੍ਰੋਗਰਾਮ ਦੇ ਵਿੱਚ। ਪੂਰਾ ਵੀਕਐਂਡ 9 ਮੀਲ ਉਹਦੇ ਵਿੱਚ ਹੁੰਦੇ ਆ ਤੇ ਉਹਦੇ ਵਿੱਚ ਜਿਹੜੀਆਂ ਫਰੈਸ਼ ਫਰੂਟ ਵੈਜੀ ਤੇ ਸਨੈਕਸ ਹੁੰਦੇ ਆ। ਇਸ ਗੱਲ ਦੇ ਲਈ ਵੀ ਇਹ 40-50 ਵਲੰਟੀਅਰ ਦੀ ਵੀ ਮੰਗ ਕਰ ਰਿਹਾ। ਬਹੁਤ ਸਾਰੇ ਥਾਵਾਂ ਦੇ ਉੱਤੇ ਬਹੁਤ ਸਾਰੀਆਂ ਫੂਡ ਬੈਂਕਸ ਹੈਗੀਆਂ ਜਿਹੜੀਆਂ ਇਹਨਾਂ ਲੋਕਾਂ ਦੀ, ਇਹਨਾਂ ਬੱਚਿਆਂ ਦੀ ਮਦਦ ਕਰ ਰਹੀਆਂ ਆ। ਪਰ ਇਸ ਵੇਲੇ ਇਹਨਾਂ ਫੂਡ ਬੈਂਕਸ ਦੇ ਉੱਤੇ ਲਗਾਤਾਰ ਇੱਕ ਪ੍ਰੈਸ਼ਰ ਆ ਰਿਹਾ ਆ। ਲੋਕਾਂ ਦੇ ਵਿੱਚ ਲੋੜਵੰਦਾਂ ਦੀ ਜਿਹੜੀ ਗਿਣਤੀ ਆ ਉਹ ਜ਼ਿਆਦਾ ਵੱਧ ਰਹੀ ਹੈ ਤੇ ਬੈਂਕ ਆਫ ਕੈਨੇਡਾ ਦਾ ਇਸ ਵੇਲੇ ਬੈਂਚਮਾਰਕ ਇੰਟਰਸਟ ਰੇਟ ਵਧਾਉਣ ਦੇ ਨਾਲ ਪਿਛਲੇ ਹਫ਼ਤੇ ਦੂਜੀ ਵਾਰੀ ਲੱਗਦਾ ਹੈ ਕਿ ਇਨਫਲੇਸ਼ਨ ਕੁਛ ਠੰਡੀ ਪਊਗੀ, ਕੁਛ ਨਾ ਕੁਛ ਮਹਿੰਗਾਈ ਰੁਕੂਗੀ। ਪਰ ਇਹਨਾਂ ਬੱਚਿਆਂ ਨੂੰ ਭੋਜਨ ਦੇਣ ਵਾਲੀਆਂ ਇਹਨਾਂ ਚੈਰਿਟੀ ਆਰਗੇਨਾਈਜੇਸ਼ਨਸ ਦੇ ਉੱਤੇ ਇੱਕ ਪ੍ਰੈਸ਼ਰ ਆ ਤੇ ਇਹ ਮਦਦ ਲਈ ਮੰਗ ਕਰ ਰਹੀਆਂ ਆ। ਇੰਸ਼ੋਰੈਂਸ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਹਿੰਦਾ ਤੇ ਅਲਬਰਟਾ ਦੇ ਵਿੱਚ ਜਿਹੜੇ ਆਟੋ ਇੰਸ਼ੋਰੈਂਸ ਕੰਪਨੀਜ਼ ਆ, ਪਤਾ ਇਹ ਲੱਗਿਆ ਕਿ ਉਹ ਬਹੁਤ ਵੱਡਾ ਮੁਨਾਫਾ ਉਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਹੋ ਰਿਹਾ ਤੇ ਬਿਲੀਅਨ ਤੋਂ ਜ਼ਿਆਦਾ ਡਾਲਰ ਉਹ ਇਹ ਪੈਂਡੈਮਿਕ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਮਾ ਚੁੱਕੇ ਆ। ਜਦੋਂ ਦਾ ਇੰਸ਼ੋਰੈਂਸ ਰੇਟ ਕੈਪ ਰਿਮੂਵ ਜਿਹੜਾ ਹੈਗਾ ਇਹ ਇਨ ਪਲੇਸ ਪ੍ਰੀਵੀਅਸ ਸਰਕਾਰ ਤੋਂ ਬਾਅਦ ਹੋਇਆ। 2020 ਦੀ ਰਿਪੋਰਟ ਦੱਸ ਰਹੀ ਹੈ ਕਿ ਇੰਡਸਟਰੀ ਦੇ ਵਿੱਚ 400 ਮਿਲੀਅਨ ਜਿਹੜਾ ਪ੍ਰੀਮੀਅਮਸ ਆ ਉਹ ਜ਼ਿਆਦਾ ਆਇਆ ਆ। ਸੋ ਇੱਕ ਪਾਸੇ ਜਦੋਂ ਅਸੀਂ ਇੰਸ਼ੋਰੈਂਸ ਕਰਵਾਉਂਦੇ ਹਾਂ ਉਹਦਾ ਪ੍ਰੀਮੀਅਮ ਪੇ ਕਰਦੇ ਹਾਂ, ਹਰ ਮਹੀਨੇ ਇੰਸ਼ੋਰੈਂਸ ਦਿੰਦੇ ਹਾਂ ਤੇ ਬਾਅਦ ਦੇ ਵਿੱਚ ਜਦੋਂ ਕਿਤੇ ਕੋਈ ਐਕਸੀਡੈਂਟ ਜਾਂ ਉੱਦਾਂ ਦੀ ਗੱਲਬਾਤ ਹੋ ਜਾਂਦੀ ਹੈ ਤਾਂ ਫਿਰ ਕੰਪਨੀ ਉਹ ਇੰਸ਼ੋਰੈਂਸ ਦੇ ਵਿੱਚੋਂ ਉਹਦੀ ਕਾਸਟ ਕੰਪਨੀ ਪੇ ਕਰਦੀ ਆ। ਅਲਬਰਟਾ ਦੇ ਵਿੱਚ ਕੀ ਹੋ ਰਿਹਾ ਕਿ ਜਿੰਨਾ ਪ੍ਰੀਮੀਅਮ ਪੇ ਕੀਤਾ ਜਾ ਰਿਹਾ ਉਹ ਤੋਂ ਬਹੁਤ ਘੱਟ ਉਹਨਾਂ ਨੂੰ ਇੰਸ਼ੋਰੈਂਸ ਦੀ ਕੰਪਨੀ ਨੂੰ ਪੇ ਕਰਨ ਦੀ ਲੋੜ ਪੈ ਰਹੀ ਹੈ। ਭਾਵ ਉਹਨਾਂ ਦੀ ਕਮਾਈ ਜ਼ਿਆਦਾ ਆ, ਮਹੀਨੇ ਦੀ ਕਰਕੇ ਪ੍ਰੀਮੀਅਮ ਜ਼ਿਆਦਾ ਦਿੱਤਾ ਜਾ ਰਿਹਾ ਤੇ ਜਿੰਨੇ ਉਹਨਾਂ ਨੇ ਦੇਣੇ ਹੁੰਦੇ ਆ ਕੰਪਨੀਆਂ ਨੇ ਉਹ ਬਹੁਤ ਘੱਟ ਆ। 2019 ਦੇ ਵਿੱਚ ਜਿਹੜੀਆਂ ਕਾਰ ਇੰਸ਼ੋਰੈਂਸ ਇੰਡਸਟਰੀ ਆ ਇਹਨਾਂ ਨੇ ਦੱਸਦੇ $1 ਬਿਲੀਅਨ ਤੋਂ ਜ਼ਿਆਦਾ ਪ੍ਰੀਮੀਅਮ ਦੇ ਰੂਪ ਦੇ ਵਿੱਚ ਇਕੱਠਾ ਕੀਤਾ ਤੇ ਰਿਪੋਰਟ ਇਹ ਦੱਸ ਰਹੀ ਹੈ ਤੇ ਅਗਲੇ ਸਾਲ ਇਹ ਨੰਬਰ ਹੋਰ ਜ਼ਿਆਦਾ ਵੱਧ ਗਿਆ। 2019 ਦੇ ਵਿੱਚ ਇੰਸ਼ੋਰੈਂਸ ਕੰਪਨੀ ਨੇ 1.15 ਬਿਲੀਅਨ ਜ਼ਿਆਦਾ ਪ੍ਰੀਮੀਅਮ ਇਕੱਠਾ ਕੀਤਾ ਜਿੰਨਾ ਇਹਨਾਂ ਨੇ ਪੇਡ ਆਊਟ ਕੀਤਾ ਕਲੇਮਸ ਦੇ ਵਿੱਚ। ਮਤਲਬ ਜਿੰਨਾ ਖਰਚਾ ਕੀਤਾ ਤੇ ਜਿੰਨਾ ਉਹ ਪ੍ਰੀਮੀਅਮ ਉਹਨਾਂ ਕੋਲ ਹੈਗਾ ਉਹ 1.1 ਬਿਲੀਅਨ ਜ਼ਿਆਦਾ ਸੀ 2019 ਦੇ ਵਿੱਚ ਤੇ 2020 ਦੇ ਵਿੱਚ ਇਹ ਵੱਧ ਕੇ 1.324 ਬਿਲੀਅਨ ਹੋ ਗਿਆ। ਸੋ ਜਿਹੜੇ NDP એનર્ਜੀ ਕ੍ਰਿਟਿਕ ਨੇ ਉਹ ਉੱਥੇ ਇਸ ਗੱਲ ਦੀ ਆਲੋਚਨਾ ਵੀ ਕਰ ਰਹੇ ਆ ਕਿ ਜਿਹੜੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਆ ਇਹਨਾਂ ਨੇ ਜਾਣਬੁੱਝ ਕੇ ਅਲਬਰਟਾ ਦੇ ਡਰਾਈਵਰ ਦੇ ਉੱਤੇ ਜ਼ਿਆਦਾ ਬੋਝ ਪਾਇਆ ਆ ਕਿ ਉਹਨਾਂ ਇਹ ਡਰਾਈਵਰ ਕਲੇਮ ਲੈਂਦੇ ਨਹੀਂ ਜਿੰਨਾ ਉਹਦਾ ਪ੍ਰੀਮੀਅਮ ਪੇ ਕਰ ਦਿੰਦੇ ਆ ਤੇ ਘੱਟੋ ਘੱਟ ਇਹਦਾ ਕੁਛ ਨਾ ਕੁਛ ਹੋਣਾ ਚਾਹੀਦਾ ਸੀ, ਇਹਨੂੰ ਰੋਕਿਆ ਜਾਣਾ ਚਾਹੀਦਾ। ਪਰ ਅਜੇ ਵੀ ਉਹਨਾਂ ਦੇ ਬਿੱਲ ਜਿਹੜੇ ਆ ਲਗਾਤਾਰ ਇਸ ਸਰਕਾਰ ਦੇ ਅੰਡਰ ਵੱਧ ਰਹੇ ਆ। ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੋਈ ਹੱਲ ਕੀਤਾ ਜਾਂਦਾ ਜਾਂ ਨਹੀਂ ਕੀਤਾ ਜਾਂਦਾ ਇਹ ਗੱਲ ਦੇਖਣੀ ਹੋਊਗੀ। ਪਰ NDP ਖਾਸ ਤੌਰ ਤੇ ਇਸ ਮਾਮਲੇ ਦੇ ਵਿੱਚ ਜਿਹੜੀਆਂ ਪ੍ਰਾਈਵੇਟ ਇੰਸ਼ੋਰੈਂਸ ਕੰਪਨੀ ਨੂੰ $1 ਬਿਲੀਅਨ ਤੋਂ ਜ਼ਿਆਦਾ ਦਾ ਫਾਇਦਾ ਹੋ ਰਿਹਾ ਉਹਦੀ ਆਲੋਚਨਾ ਕਰ ਰਹੀਆਂ। ਘਰਾਂ ਦੇ ਵਿੱਚ ਕਿਰਾਏਦਾਰ ਰੱਖਣਾ ਕੈਨੇਡਾ ਦੇ ਵਿੱਚ ਇੱਕ ਜ਼ਰੂਰੀ ਚੀਜ਼ ਵੀ ਆ ਤੇ ਕਈ ਵਾਰੀ ਇਹ ਸਮੱਸਿਆਵਾਂ ਇਹੋ ਜਿਹੀਆਂ ਖੜੀਆਂ ਹੋ ਜਾਂਦੀਆਂ। ਕਈ ਵਾਰੀ ਜਿਹੜੇ ਕਿਰਾਏਦਾਰ ਆ ਉਹ ਕਹਿੰਦੇ ਆ ਕਿ ਸਾਨੂੰ ਜਿਹੜੇ ਇਹਦੇ ਮਾਲਕ ਨੇ ਉਹ ਤੰਗ ਕਰ ਰਹੇ ਆ ਜਾਂ ਉਹ ਜ਼ਿਆਦਾ ਸਾਨੂੰ ਉਸ ਤਰੀਕੇ ਦੀਆਂ ਸਹੂਲਤਾਂ ਨਹੀਂ ਦੇ ਰਹੇ ਤੇ ਕਈ ਵਾਰੀ ਜਿਹੜੇ ਮਾਲਕ ਆ ਉਹ ਕਿਰਾਏਦਾਰਾਂ ਤੋਂ ਤੰਗ ਹੁੰਦੇ ਆ। ਟੋਰਾਂਟੋ ਦਾ ਇੱਕ ਮਾਮਲਾ ਸਾਹਮਣੇ ਆਇਆ, ਇੱਕ ਵਿਅਕਤੀ ਨੇ 40 ਹੈਕਟੇਅਰ ਦਾ ਫਾਰਮ ਟੋਰਾਂਟੋ ਏਰੀਆ ਦੇ ਵਿੱਚ 2 ਸਾਲ ਪਹਿਲਾਂ ਲਿਆ ਸੀ ਤੇ ਹਜੇ ਤੱਕ ਉਹ ਇਸ ਗੱਲਬਾਤ ਲਈ ਉਡੀਕੀ ਜਾਂਦਾ ਵੀ ਜਿਹੜੇ ਪਹਿਲੇ ਕਿਰਾਏਦਾਰ ਉੱਥੇ ਬੈਠੇ ਆ ਕਦੋਂ ਬਾਹਰ ਜਾਣ ਤੇ ਉਹ ਆਪਣੀ ਥਾਂ ਦੇ ਉੱਤੇ ਜਾਵੇ। ਲੈਂਡਲੋਰਡ ਟੀਨੈਂਟਸ ਡਿਸਪਿਊਟ ਉਸ ਮਾਮਲੇ ਦੇ ਵਿੱਚ ਹੋਇਆ ਆ ਤੇ ਜਿਹੜਾ ਉਹ ਉੱਥੇ ਬਰੈਂਪਟਨ ਦੇ ਨੇੜੇ ਇਹ ਪ੍ਰੋਪਰਟੀ ਅਪ੍ਰੈਲ 2020 ਦੇ ਵਿੱਚ ਖਰੀਦੀ ਸੀ। ਉਹ ਕਹਿੰਦੇ ਪਹਿਲਾਂ ontario ਲੈਂਡਲਾਰਡ ਬੋਰਡ ਐਂਡ ਟੀਨੈਂਟ ਬੋਰਡ ਜਿਹੜਾ LTB ਆ ਉਹਦੇ ਕੋਲ ਜੂਨ ਦੇ ਵਿੱਚ ਗਏ ਵੀ ਇੱਥੋਂ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਜਿਹੜੇ ਪਹਿਲਾਂ ਇੱਥੇ ਰਹਿੰਦੇ ਆ, ਪਰ ਨਹੀਂ ਨਿਕਲੇ। ਇਹ 60 ਕਿਲੋਮੀਟਰ ਦੂਰ ਦੱਸੀ ਜਾ ਰਹੀ ਹੈ ਪ੍ਰੋਪਰਟੀ ਇੱਥੋਂ ਤੇ 2021 ਦੇ ਵਿੱਚ ਤੇ ਫਿਰ ਉਹਦੇ ਤੋਂ ਬਾਅਦ ਜਿਹੜਾ ਉਹ ਆਰਡਰ ਵੀ ਦੇ ਦਿੱਤਾ ਗਿਆ ਕਿ ਇਹਨਾਂ ਨੂੰ ਇੱਥੋਂ ਕੱਢ ਦਿੱਤਾ ਵੀ ਇਹ ਇੱਥੋਂ ਚਲੇ ਜਾਣ, ਪਰ ਉਹ ਨਹੀਂ ਗਏ। 10 ਮਹੀਨੇ ਬਾਅਦ ਉਹ ਦੱਸਦੇ ਆ ਕਿ ਹਜੇ ਵੀ ਉਹ ਰਿਟਨ ਆਰਡਰ ਦੀ ਉਡੀਕ ਕਰ ਰਹੇ ਆ। ਰਾਤ ਨੂੰ ਨੀਂਦ ਨਹੀਂ ਆਉਂਦੀ। ਪ੍ਰੋਪਰਟੀ ਲਈ ਆ, ਉਹਦੀ ਮੌਰਗੇਜ ਸਿਰ 'ਤੇ ਆ ਤੇ ਲਗਭਗ $10,000 ਮਹੀਨੇ ਦਾ
ਮੌਰਗੇਜ ਟੈਕਸ ਤੇ ਹੋਰ ਯੂਟਿਲਿਟੀ ਫਾਰਮ ਦੀਆਂ ਪੇ ਕਰਨੀਆਂ ਪੈ ਰਹੀਆਂ। 1.75 ਮਿਲੀਅਨ ਦੀ ਇਹ ਪ੍ਰਾਪਰਟੀ ਇਹਨਾਂ ਨੇ ਖਰੀਦੀ ਸੀ ਤੇ ਜਿਹੜੇ ਕਿਰਾਏਦਾਰ ਆ ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਵੀ ਅਸੀਂ ਨਾ ਤਾਂ ਕਿਰਾਇਆ ਦੇਣਾ ਤੇ ਨਾ ਉਹ ਉੱਥੋਂ ਨਿਕਲ ਰਹੇ ਆ ਤੇ ਨਾ ਹੀ ਉਹਦੀ ਪ੍ਰਾਪਰਟੀ ਦੇ ਅੰਦਰ ਜਾਣ ਦੇ ਰਹੇ ਆ ਕਿ ਉਹਨੂੰ ਉਹ ਇੰਸਪੈਕਸ਼ਨ ਕਰ ਸਕੇ ਵੀ ਕਿੰਨਾ ਕੁ ਕੋਈ ਡੈਮੇਜ ਹੋਇਆ ਜਾਂ ਕੀ ਗੱਲਬਾਤ ਹੋਈ ਆ। ਇਹ ਮਾਮਲਾ ਕਾਫੀ ਚਰਚਾ ਦੇ ਵਿੱਚ ਆ, ਜਿੱਥੇ ਜਿਹੜਾ ਇਹ ਲੈਂਡਲੋਰਡ ਨੀਨਟ ਬੋਰਡ ਆ ਇਹ ਇਸ ਮਾਮਲੇ ਦੇ ਵਿੱਚ ਕਾਫੀ ਢਿੱਲੇ ਤਰੀਕੇ ਦੇ ਨਾਲ ਕੰਮ ਕਰ ਰਿਹਾ ਕਿ eviction ਆਰਡਰ ਆ ਰਹੇ ਆ ਕਿ ਤੁਸੀਂ ਉਹਨਾਂ ਨੂੰ ਉੱਥੋਂ ਕੱਢ ਦਿਓ। ਨਵੰਬਰ 2020 ਦੇ ਵਿੱਚ ਵੀ ਰਿਕੁਐਸਟ ਫਾਈਲ ਕੀਤੀ ਸੀ, ਉਹਦੇ ਤੋਂ ਬਾਅਦ ਵੀ ਜਿਹੜਾ ਇਹ ਸਾਰਾ ਕੁਝ ਹੋਇਆ, ਪਰ ਉਹ ਉੱਥੋਂ ਜਾ ਨਹੀਂ ਰਹੇ। ਤੀਜਾ ਹੁਕਮ ਉਹਨਾਂ ਨੂੰ ਦੇ ਦਿੱਤਾ ਗਿਆ ਕਿ ਤੁਸੀਂ ਇੱਥੇ ਚਲੇ ਜਾਓ ਕਿਉਂਕਿ ਤੁਸੀਂ ਰੈਂਟ ਵੀ ਨਹੀਂ ਪੇ ਕਰ ਰਹੇ, ਤੇ ਉਹਦੇ ਤੋਂ ਬਾਅਦ ਅਜੇ ਵੀ ਉਹ ਜਾ ਨਹੀਂ ਰਹੇ। ਜਾਂ ਤਾਂ ਇਸ ਬੋਰਡ ਦੇ ਕੋਲ ਸਟਾਫ ਦੀ ਘਾਟ ਆ ਜਾਂ ਕੋਈ ਹੋਰ ਸਮੱਸਿਆ ਆ, ਪਰ ਇਹ ਸਾਰੇ ਕੁਝ ਦੇ ਵਿੱਚ ਜਿਹੜਾ ਵਿਅਕਤੀ ਉੱਥੇ ਜਿਹਨੇ ਉਹ ਜਗ੍ਹਾ ਉਹ ਫਾਰਮ ਖਰੀਦਿਆ ਆ ਤੇ ਫਾਰਮ ਦੇ ਵਿੱਚ ਉਹ ਜਾਣਾ ਚਾਹੁੰਦਾ ਆ ਉਹਨੂੰ ਜਾਣ ਨਹੀਂ ਦਿੱਤਾ ਜਾਂਦਾ। ਤੇ ਦੂਜੇ ਪਾਸੇ ਜਿਹੜੇ ਆਰਡਰ ਵੀ ਇਹ ਬੋਰਡ ਕਰ ਰਿਹਾ ਆ, ਪਰ ਉਹਦੇ ਉੱਤੋਂ ਫੇਰ ਗਾਂਹ ਕੋਈ ਨਾ ਕੋਈ ਰਿਕੁਐਸਟ ਕਰ ਦਿੱਤੀ ਜਾਂਦੀ ਆ ਤੇ ਜਿਹਦੇ ਕਰਕੇ ਇਹ ਮਾਮਲਾ ਲਟਕ ਜਾਂਦਾ ਹੈ। ਇਹ ਮਾਮਲਾ ਇਕੱਲਾ ਨਹੀਂ, ਪਤਾ ਇਹ ਲੱਗਿਆ ਕਿ 2019 ਤੋਂ ਲੈ ਕੇ 2020 ਤੱਕ 41-42 ਹਜ਼ਾਰ ਦੇ ਕਰੀਬ ਇਸ ਤਰ੍ਹਾਂ ਦੀਆਂ ਅਰਜ਼ੀਆਂ ਉੱਥੇ ਪਈਆਂ ਆ, ਜਿਨ੍ਹਾਂ ਦੇ ਵਿੱਚ ਕਿਰਾਏਦਾਰ ਨਾ ਤਾਂ ਨਿਕਲ ਰਹੇ ਆ ਤਾਂ ਨਾ ਉਹ ਕਿਰਾਇਆ ਪੇ ਕਰ ਰਹੇ ਆ। ਜਿਹਦਾ ਹੋ ਕੀ ਰਿਹਾ ਕਿ ਲੈਂਡਲੋਰਡ ਦਾ ਇੱਕ ਮੋਟੇ ਜਿਹੇ ਅੰਦਾਜ਼ੇ ਮੁਤਾਬਕ $1.5 ਬਿਲੀਅਨ ਦਾ ਨੁਕਸਾਨ ਹੋ ਰਿਹਾ। 1.5 ਬਿਲੀਅਨ 1.45 ਬਿਲੀਅਨ ਡਾਲਰ ਦਾ ਨੁਕਸਾਨ ਦੱਸਦੇ ਆ ਕਿ ਇਹ ਹੋ ਰਿਹਾ ਆ। ਤੇ ਹੌਲੀ ਹੌਲੀ ਇਹ ਅਰਜ਼ੀਆਂ ਦੀ ਗਿਣਤੀ ਕਦੋਂ ਘਟਦੀ ਆ, ਕਦੋਂ ਉੱਥੇ ਸਟਾਫ ਜ਼ਿਆਦਾ ਆਉਂਦਾ ਤੇ ਕਦੋਂ ਲੋਕਾਂ ਨੂੰ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਦਾ ਹੱਲ ਮਿਲਦਾ, ਇਹਦੇ ਬਾਰੇ ਲੋਕ ਚਿੰਤਤ ਨੇ। ਦੋਸਤੋ, ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਅਸੀਂ ਦੋ ਮਹੱਤਵਪੂਰਨ ਗੱਲਾਂ ਬਾਤਾਂ ਕਰਨੀਆਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਨੀ ਆ ਗੁਰਪ੍ਰੀਤ ਸਿੰਘ ਸੋਤਾ ਹੁਣਾਂ ਨਾਲ ਇੱਕ ਮਾਮਲੇ ਦੇ ਉੱਤੇ। ਤੁਹਾਨੂੰ ਪਤਾ ਕਿ ਜਿਹੜਾ ਸਰੀ ਦੇ ਵਿੱਚ ਪੂਰੀ ਸਿਵਿਕ ਇਲੈਕਸ਼ਨ BC ਦੇ ਵਿੱਚ ਹੋ ਰਹੀ ਆ ਤੇ ਸਰੀ ਦੇ ਵਿੱਚ ਜਿਹੜੀ ਮਿਊਨਿਸਪਲ ਇਲੈਕਸ਼ਨ ਆ ਉਹਦੇ ਮੇਅਰ ਦੀ ਦੌੜ ਦੇ ਲਈ ਕੌਣ-ਕੌਣ ਸ਼ਾਮਲ ਆ, ਕੀ ਇਸ ਵੇਲੇ ਸਥਿਤੀਆਂ ਬਣ ਰਹੀਆਂ, ਇਹਦੇ ਸੰਬੰਧੀ ਗੱਲਬਾਤ ਗੁਰਪ੍ਰੀਤ ਸਿੰਘ ਸੋਤਾ ਹੁਣਾਂ ਨਾਲ ਕਰਨੀ ਆ। ਤੇ ਉਹਦੇ ਤੋਂ ਬਾਅਦ ਵੈਨਕੂਵਰ ਮਾਂ ਬੋਲੀ ਅੰਤਰਰਾਸ਼ਟਰੀ ਪੰਜਾਬੀ ਫਿਲਮ ਫੈਸਟੀਵਲ ਦੇ ਬਾਰੇ ਨਵਲਪ੍ਰੀਤ ਰੰਗੀ ਹੁਣਾਂ ਨਾਲ ਗੱਲਬਾਤ ਕਰਦੇ ਹਾਂ। ਕੈਨੇਡਾ ਦੇ ਵਿੱਚ ਪੰਜਾਬੀ ਬੋਲੀ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ। ਇਹਦੇ ਵਿੱਚ ਜਿੱਥੇ ਵੱਖ-ਵੱਖ ਸੰਸਥਾਵਾਂ ਦਾ ਰੋਲ ਆ, ਉੱਥੇ ਜਿਹੜੇ ਆਰਟਿਸਟ ਨੇ, ਕਲਾਕਾਰ ਨੇ, ਉਹਨਾਂ ਦਾ ਬਹੁਤ ਵੱਡਾ, ਉਹਨਾਂ ਸੰਸਥਾਵਾਂ ਦਾ ਬਹੁਤ ਵੱਡਾ ਰੋਲ ਆ। ਨਵਲਪ੍ਰੀਤ ਰੰਗੀ ਹੁਣੀ ਜਿਹੜੇ ਕਿ ਡਾਇਰੈਕਟਰ ਨੇ ਮਾਂ ਬੋਲੀ ਪੰਜਾਬੀ ਫਿਲਮ ਫੈਸਟੀਵਲ ਦੇ, ਪਿਛਲੇ 8 ਸਾਲ ਤੋਂ ਲਗਾਤਾਰ ਇੱਥੇ ਕੈਨੇਡਾ ਦੇ ਵਿੱਚ ਹੁੰਦਾ ਆ ਰਿਹਾ। ਇਸ ਵਾਰੀ 28, 29, 30 ਅਪ੍ਰੈਲ ਨੂੰ ਇਹ ਫੈਸਟੀਵਲ ਹੋ ਰਿਹਾ। ਇਸ ਫੈਸਟੀਵਲ ਦੇ ਬਾਰੇ ਗੱਲਬਾਤ ਕਰਨ ਦੇ ਲਈ ਅਸੀਂ ਇਸ ਫੈਸਟੀਵਲ ਦੇ ਡਾਇਰੈਕਟਰ ਨਵਲਪ੍ਰੀਤ ਰੰਗੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚੇ ਹਾਂ। ਨਵਲਪ੍ਰੀਤ ਜੀ, ਸਾਨੂੰ ਦੱਸਿਓ ਇਹ ਫੈਸਟੀਵਲ ਦੀ ਕਿੱਥੇ ਹੋ ਰਿਹਾ ਤੇ ਥੋੜ੍ਹਾ ਜਿਹਾ ਇਹਦੇ ਪਿਛੋਕੜ ਬਾਰੇ, ਕਦੋਂ ਤੁਸੀਂ ਸ਼ੁਰੂ ਕੀਤਾ ਸੀ ਤੇ ਹੁਣ ਇੱਥੇ ਤੱਕ ਪਹੁੰਚੇ ਆ, ਕਿੱਦਾਂ ਦੇਖ ਰਹੇ ਹੋ ਜੀ? ਪਹਿਲਾਂ ਤਾਂ ਮੈਂ ਧੰਨਵਾਦ ਤੁਹਾਡਾ ਕਰਦਾ ਚੈਨਲ ਪੰਜਾਬੀ ਦੇ ਸਮੂਹ ਸਰੋਤਿਆਂ ਦਾ। ਅਸੀਂ ਜਿਹੜਾ 2013 'ਚ ਫੈਸਟੀਵਲ ਸ਼ੁਰੂ ਕੀਤਾ ਸੀ, ਉਹਦਾ ਮੰਤਵ ਇਹੀ ਸੀ ਵੀ ਜਿਹੜਾ ਕਮਰਸ਼ੀਅਲ ਸਿਨੇਮਾ ਉਹਨਾਂ ਨੂੰ ਇੱਕ ਮੰਚ ਮਿਲ ਜਾਂਦਾ, ਲੇਕਿਨ ਜਿਹੜੀਆਂ ਛੋਟੀਆਂ ਫਿਲਮਾਂ ਨੇ ਜਾਂ ਆਰਟ ਫਿਲਮਾਂ ਨੇ, ਦਸਤਾਵੇਜ਼ੀ ਡਾਕੂਮੈਂਟਰੀਜ਼ ਨੇ, ਜਿਨ੍ਹਾਂ ਦੀ ਗੱਲਬਾਤ ਉਹਨਾਂ ਨੂੰ ਮੰਚ ਨਹੀਂ ਮਿਲਦਾ। ਸੋ ਐਡਾ ਵੱਡਾ ਕਮਰਸ਼ੀਅਲ ਤੌਰ 'ਤੇ ਉਹਨਾਂ ਦਾ ਕੋਈ ਆਦਾਨ ਪ੍ਰਦਾਨ ਵੀ ਨਹੀਂ ਹੈਗਾ। ਸੋ ਇਹ ਸੀ ਵੀ ਜਿਹੜੇ ਆਰਟ ਫਿਲਮ ਮੇਕਰ ਨੇ ਜਾਂ ਦਸਤਾਵੇਜ਼ੀ ਫਿਲਮ ਮੇਕਰ ਨੇ, ਉਹਨਾਂ ਨੂੰ ਕੋਈ ਉਹਨਾਂ ਦੇ ਬਾਰੇ ਡਿਸਕਸ਼ਨ ਹੋਵੇ। ਸੋ 2013 ਤੋਂ ਲੈ ਕੇ ਹੁਣ 22 ਚੱਲ ਰਿਹਾ ਹੈਗਾ, ਲਗਾਤਾਰ 8-9 ਸਾਲ ਹੋ ਗਏ ਸਾਨੂੰ ਕਰਦਿਆਂ ਨੂੰ। ਹਰ ਸਾਲ ਕਰਦੇ ਹੈਗੇ ਆ ਫੈਸਟੀਵਲ ਜੀ। 3 ਦਿਨ ਦਾ ਫੈਸਟੀਵਲ ਹੁੰਦਾ, 1 ਦਿਨ ਆਰਟ ਐਗਜੀਬਿਸ਼ਨ ਹੁੰਦੀ ਆ, 2 ਦਿਨ ਫਿਲਮਾਂ ਦਿਖਾਉਣੀਆਂ ਦੀ ਡਿਸਕਸ਼ਨ ਹੁੰਦੀ ਹੈ ਜੀ। ਇਹਦੇ ਵਿੱਚ ਜਿਹੜੀ ਫਿਲਮਾਂ ਬਣਾਉਂਦੇ ਆ, ਜਿੱਦਾਂ ਆਪਾਂ ਲੋਕ ਉੱਥੋਂ ਜਨਮ ਲੈ ਕੇ ਇੱਧਰਲੇ ਪਾਸੇ ਆਏ ਆ, ਉਹੀ ਪਾਰਟਿਸਪੈਂਟ ਹੁੰਦੇ ਆ? ਜਿਹੜੇ ਇੱਥੋਂ ਦੇ ਬੱਚੇ ਆ ਉਹ ਵੀ ਪੰਜਾਬੀ ਨਾਲ ਜੁੜਦੇ ਆ? ਹਾਂਜੀ, ਇੱਥੋਂ ਜਿਹੜੇ ਸਰੀ ਦੇ, ਵੈਨਕੂਵਰ ਦੇ, ਇਸ ਤੋਂ ਇਲਾਵਾ ਬਰੈਂਪਟਨ ਤੋਂ ਬੱਚਿਆਂ ਨੇ ਨਾ ਫਿਲਮਾਂ ਭੇਜੀਆਂ ਨੇ। ਜਿਵੇਂ LA ਮੈਥਸਨ ਸਕੂਲ ਹੈਗਾ, ਤਵਾਸਨ ਸਕੂਲ ਹੈਗਾ, ਉਹਨਾਂ ਬੱਚਿਆਂ ਨੇ 5 ਤੋਂ ਲੈ ਕੇ 7 ਮਿੰਟ ਦੇ ਮੋਬਾਈਲ ਦੇ ਉੱਤੇ ਫਿਲਮਾਂ ਬਣਾਈ ਹੋਈਆਂ, ਉਹਨਾਂ ਨੇ ਸਾਨੂੰ ਸੈਂਡ ਕੀਤੀਆਂ। ਸੋ ਸਾਡਾ ਜਿਹੜਾ ਮਕਸਦ ਇਹ ਆ ਵੀ ਜ਼ਰੂਰੀ ਨਹੀਂ ਵੀ ਸਿਰਫ ਪੰਜਾਬੀ ਦਾ, ਲਹਿੰਦੇ ਪੰਜਾਬ, ਲਾਹੌਰ ਤੋਂ, ਫੈਸਲਾਬਾਦ ਤੋਂ, ਸਿਆਲਕੋਟ ਤੋਂ ਬਹੁਤ ਸਾਰੀਆਂ ਫਿਲਮਾਂ ਆਈਆਂ ਨੇ। ਹੁਣ ਵੀ ਸਾਡੇ ਕੋਲ 7-8 ਆਈਆਂ ਨੇ ਉਰਦੂ ਪੰਜਾਬੀ ਦੇ ਵਿੱਚ। ਸਾਡਾ ਜਿਹੜਾ ਮਕਸਦ ਇਹ ਆ ਵੀ ਦੁਨੀਆ ਦੇ ਕਿਸੇ ਕੋਨੇ ਤੋਂ ਤੁਸੀਂ 5 ਤੋਂ 7 ਮਿੰਟ, 10 ਮਿੰਟ, 15 ਮਿੰਟ ਦੀ ਫਿਲਮ ਬਣਾਈ ਆ, ਉਹ ਚਾਹੇ ਡਾਕੂਮੈਂਟਰੀ ਬਣਾਈ ਆ, ਚਾਹੇ ਪੰਜਾਬੀ ਬਣਾਈ ਆ,
ਜਿਹਦਾ ਜਿਹੜਾ ਤਾਲੁਕ ਆ ਉਹ ਵਿਸ਼ਿਆਂ ਦੇ ਜਿਹੜੇ ਅਲੱਗ-ਅਲੱਗ ਵਿਸ਼ੇ ਨੇ ਪੰਜਾਬ ਦੇ, ਮਤਲਬ ਉਹਨਾਂ ਦੇ ਉੱਤੇ ਹੋਵੇ, ਕਿਸੇ ਵੀ ਸੰਬੰਧ ਦੇ ਵਿੱਚ ਹੋਵੇ, ਉਸ ਨੂੰ ਦਿਖਾਓ। ਸਿਲੈਕਸ਼ਨ ਕਮੇਟੀ ਸਿਲੈਕਟ ਕਰਕੇ ਦਿਖਾਏਗੀ, ਉਹਦੇ ਉੱਤੇ ਡਿਸਕਸ਼ਨ ਹੋਏਗੀ, ਰਾਏ ਦਿੱਤੀ ਜਾਏਗੀ। ਬਸ ਇਹ ਸਾਡਾ ਮਕਸਦ ਮੇਨ ਹੈਗਾ, ਤਾਂ ਕਿ ਉਹਨਾਂ ਨੂੰ ਪ੍ਰਮੋਸ਼ਨ ਮਿਲ ਸਕੇ, ਪ੍ਰਮੋਟ ਹੋ ਸਕਣ ਜਿਹੜੇ ਨਵੇਂ ਫਿਲਮ ਮੇਕਰ ਨੇ। 2013 ਦੇ ਵਿੱਚ ਸ਼ੁਰੂ ਕੀਤਾ ਸੀ, ਹੁਣ 22 ਆ ਗਿਆ। ਕਿੱਥੇ ਕੁ ਦੇਖਦੇ ਆ ਫੈਸਟੀਵਲ ਨੂੰ, ਤੇ ਇਸ ਪਾਸੇ ਕਿੰਨੀ ਕੁ ਅੱਗੇ ਪ੍ਰੋਗਰੈਸ ਹੋਈ ਹੈ ਜੀ? ਦੇਖੋ, ਪ੍ਰੋਗਰੈਸ ਬਹੁਤ ਹੋਈ ਆ, ਔਰ ਸਭ ਤੋਂ ਵਧੀਆ ਗੱਲ ਕੀ ਹੋਈ ਆ ਵੀ ਬੜੇ ਜਿਹੜੇ ਫਿਲਮ ਮੇਕਰ ਨੇ, ਕਮਰਸ਼ੀਅਲ ਨੇ, ਉਹ ਸਾਨੂੰ ਜਦੋਂ ਅਪਰੋਚ ਕਰਦੇ ਨੇ, ਅਸੀਂ ਉਹਨਾਂ ਨੂੰ ਮਾਫੀਨਾਮਾ ਦੇ ਕੇ ਜਵਾਬ ਦੇ ਦਿੰਦੇ ਆ। ਇਹ ਬਹੁਤ ਵੱਡੀ ਸਾਡੀ ਉਹ ਹੈਗੀ ਆ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਵੀ ਕਮਰਸ਼ੀਅਲ ਨੂੰ ਅਸੀਂ ਕਿਸ ਤਰੀਕੇ ਨਾਲ ਫੈਸਟੀਵਲਾਂ ਦੇ ਵਿੱਚ ਉਹ ਕਰੀਏ। ਪਰ ਤੁਸੀਂ ਇਹ ਹੈਰਾਨ ਹੋ ਜਾਓਗੇ ਵੀ ਇੱਥੋਂ ਦੇ ਬੱਚੇ, ਜਦੋਂ ਸਾਡਾ ਫੈਸਟੀਵਲ ਅਪ੍ਰੈਲ ਸ਼ੁਰੂ ਹੁੰਦਾ ਹੈਗਾ, ਉਹ ਸਾਡੇ ਕੋਲ ਘੱਟੋ ਘੱਟ 8-9 ਫਿਲਮਾਂ ਆਈਆਂ ਨੇ ਜਿਨ੍ਹਾਂ ਨੇ ਬੱਚਿਆਂ ਨੇ ਮੋਬਾਈਲ 'ਤੇ ਬਣਾ ਕੇ ਭੇਜੀ ਹੈਗੇ ਨੇ। ਇੱਥੋਂ ਦੇ 3-4 ਇੰਗਲੈਂਡ ਤੋਂ ਆਈਆਂ ਹੈਗੀਆਂ ਨੇ। ਸੋ ਹਰ ਸਾਲ ਲਗਾਤਾਰ ਕਰਦੇ ਰਹਿਣਾ ਇਹ ਸਾਡੇ ਲਈ ਚੈਲੰਜ ਤਾਂ ਹੈ, ਪਰ ਪਿਛਲੇ ਸਾਲ ਆਨਲਾਈਨ ਕੀਤਾ ਸੀ ਅਸੀਂ ਫੈਸਟੀਵਲ, ਜ਼ੂਮ ਦੇ ਉੱਤੇ ਕੀਤਾ ਸੀ, ਪਰ ਲਗਾਤਾਰ ਕਰ ਰਹੇ ਹਾਂ। ਜਿਵੇਂ ਵੱਖ-ਵੱਖ ਵਿਸ਼ਿਆਂ ਦੇ ਡਾਕੂਮੈਂਟਰੀਜ਼ ਨੇ, ਡਾਕੂਮੈਂਟਰੀ ਫਿਲਮ ਮੇਕਰਾਂ ਦੇ ਨਾਲ ਗੱਲਬਾਤ ਆ, ਰੂਬਰੂ ਕਰਦੇ ਹੈਗੇ ਆ। ਸੋ ਇਹ ਆ ਵੀ ਇੱਕ ਨਵਾਂ ਪਿਰਤ ਪਾਈ ਹੋਈ ਹੈਗੀ ਆ, ਲਗਾਤਾਰ ਇਹਦੇ 'ਤੇ ਚੱਲ ਰਹੇ ਹੈਗੇ ਆ। ਇਹ ਜਿਹੜਾ ਫੈਸਟੀਵਲ ਹੈ ਇਹ ਪੰਜਾਬ ਭਵਨ 'ਚ ਹੋ ਰਿਹਾ ਜੀ। ਤੇ ਇਹ ਹਰ ਸਾਲ ਇੱਥੇ ਹੀ ਹੁੰਦਾ, ਜਾਂ ਇਹਦੀ ਆਉਣ ਵਾਲੇ ਸਮੇਂ ਤੁਸੀਂ ਕਿਸੇ ਇੰਗਲੈਂਡ, ਟੋਰਾਂਟੋ, ਕਿਤੇ ਹੋਰ ਵੀ ਕਰਾਉਣ ਬਾਰੇ ਸੋਚਦੇ ਹੋ ਜੀ? ਦੇਖੋ, ਬਹੁਤ ਸਾਰੇ ਫੈਸਟੀਵਲ ਹੋਏ ਨੇ, ਬੰਦ ਹੋ ਗਏ। ਜਿਵੇਂ ਬਰਾਸਟ ਫੈਸਟੀਵਲ ਹੋਇਆ ਸੀ ਇੰਗਲੈਂਡ ਤੇ ਆਸਟ੍ਰੇਲੀਆ ਦੇ ਵਿੱਚ, ਹੋਰ ਟੋਰਾਂਟੋ ਦੇ ਵਿੱਚ ਵੀ ਹੋਇਆ ਸੀ। ਮੇਰੇ ਖਿਆਲ ਦੇ ਵਿੱਚ ਇਹਦੀ ਹੋਂਦ ਕਰਨ ਦੇ ਲਈ ਤੁਹਾਡੀ ਆਪਣੀ ਜਹਿਦ ਬਹੁਤ ਜ਼ਰੂਰੀ ਆ, ਕਿਉਂਕਿ ਪਹਿਲਾਂ ਤੁਸੀਂ ਆਪ 5-7 ਮਿੰਟ ਦੇ ਲਈ ਇਸ ਭੱਜ ਨੱਠ ਜ਼ਿੰਦਗੀ ਤੋਂ ਕੱਢ ਕੇ ਆਪ ਫਿਲਮਾਂ ਸਿਲੈਕਟ ਕਰਕੇ ਜਦੋਂ ਤੁਸੀਂ ਦੇਖਦੇ ਹੋਗੇ ਵੀ ਇਹਨਾਂ ਦੀ ਡਿਸਕਸ਼ਨ ਹੋਏਗੀ। ਦੁਨੀਆ ਦੇ ਵਿੱਚ ਕਰ ਸਕਦੇ ਨੇ, ਜਿਵੇਂ ਨਵਾਂ ਮਾਧਿਅਮ ਆ ਰਿਹਾ ਹੈਗਾ ਹੁਣ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ। ਪਰ ਇੱਕ ਤੌਰ 'ਤੇ ਜਿਹੜਾ ਇੱਕ ਦਿਨ ਦੇ ਲਈ ਜਿਵੇਂ ਆਪਾਂ 8-10 ਫਿਲਮਾਂ ਦਿਖਾ ਰਹੇ ਹਾਂ, ਉਹਦੇ ਵਿੱਚ 4 ਤੋਂ 5 ਘੰਟੇ ਦਾ ਫਿਲਮਾਂ ਵੀ ਹੋਣਗੀਆਂ, ਡਿਸਕਸ਼ਨ ਵੀ ਹੋਣਗੀਆਂ। ਨਵੇਂ ਫਿਲਮ ਮੇਕਰਾਂ ਦੇ ਲਈ ਇੱਕ ਨਵਾਂ ਮੰਚ ਮਿਲੇਗਾ। ਮੇਰੇ ਖਿਆਲ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਕੰਟਰੀਆਂ ਦੇ ਵਿੱਚ ਜੇ ਆਪਾਂ ਦੇਖਦੇ ਹੈਗੇ, ਚਾਹੇ ਇੰਗਲੈਂਡ ਆ, ਯੂਰਪ ਆ, ਅਲੱਗ-ਅਲੱਗ ਵਿਸ਼ਿਆਂ 'ਤੇ ਹੋ ਰਹੇ ਨੇ, ਡਾਕੂਮੈਂਟਰੀ, ਆਰਟ, ਸ਼ਾਰਟ, ਟਰੈਵਲ, ਕਿੰਨਾ ਕੁਛ ਹੋ ਰਿਹਾ। ਪਰ ਪੰਜਾਬੀ ਲਈ ਪ੍ਰਵਾਜ਼ ਹੈਗੀ ਆ ਨਵੇਂ ਹੈ ਨਾ। ਸੋ ਕਿਉਂਕਿ ਅਸੀਂ ਕਮਰਸ਼ੀਅਲ ਯੁੱਗ ਦੇ ਵਿੱਚ ਹੈਗੇ ਆ, ਅਤੇ ਕਮਰਸ਼ੀਅਲ ਸਾਡੇ ਕੋਲ ਫਿਲਮਾਂ ਬਣਦੀਆਂ ਨੇ। ਆਰਟ ਵਾਲੇ ਜਿਹੜੇ ਲੋਕ ਨੇ, ਜਿਵੇਂ ਰਾਜੀਵ ਸ਼ਰਮਾ ਨੇ, ਗੁਰਵਿੰਦਰ ਧਾਲੀਵਾਲ ਨੇ, ਦਲਜੀਤ ਧੰਮੀ ਨੇ, ਇਹ ਇੱਦਾਂ ਦੇ ਫਿਲਮ ਮੇਕਰਾਂ ਦੇ ਇੱਕ ਵੱਖਰੀਆਂ ਫਿਲਮਾਂ ਬਣਾਈਆਂ ਨੇ, ਉਹਨਾਂ ਲਈ ਵੀ ਇੱਕ ਮੰਚ ਪ੍ਰਦਾਨ ਹੋਣਾ ਚਾਹੀਦਾ ਜੀ। ਜੀ, ਆਖਰ ਦੇ ਵਿੱਚ ਨਵਪ੍ਰੀਤ ਜੀ ਸਾਨੂੰ ਇੱਕ ਵਾਰੀ ਕੰਟੈਕਟ ਦੱਸਿਓ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ, ਲੋਕੇਸ਼ਨ, ਤੇ ਇਹ ਕਿ ਇਹਦੀ ਕੋਈ ਟਿਕਟ ਆ ਜਾਂ ਕੋਈ ਵੀ ਆ ਸਕਦਾ, ਜਾਂ ਉਹਦੇ ਲਈ ਪਹਿਲਾਂ ਦੱਸਣਾ ਪਊਗਾ? ਜੀ ਦੇਖੋ, ਪ੍ਰੋਸੈਸ ਆ ਵੀ ਤਾਂ ਬਿਲਕੁਲ ਫ੍ਰੀ ਈਵੈਂਟ ਆ। ਇਹਦੇ ਲਈ ਇਹ ਆ ਵੀ maavoli.com ਇਹਦੀ ਵੈਬਸਾਈਟ ਹੈਗੀ ਆ। ਮੈਨੂੰ ਜਾਂ ਪੰਜਾਬ ਭਵਨ ਨੂੰ ਫੋਨ ਕਰ ਸਕਦੇ ਆ 604-580-1000 ਦੇ ਉੱਤੇ, ਜਾਂ ਮੈਨੂੰ ਮੇਰੇ ਸੈੱਲ ਦੇ ਉੱਤੇ ਫੋਨ ਕਰ ਸਕਦੇ ਨੇ 604-442-8781 604-442-8781। ਅਤੇ ਜਿਹੜਾ ਫੈਸਟੀਵਲ ਹੈਗਾ ਉਹ 27, 28, 29 ਚੱਲੇਗਾ। 27 ਤਰੀਕ ਨੂੰ ਹੈਗੀ ਆਰਟ ਐਗਜ਼ੀਬਿਸ਼ਨ, 28 ਨੂੰ ਫਿਲਮਾਂ ਨੇ। ਜਿਹੜੀ ਫਿਲਮਾਂ ਦੀ ਸਕਰੀਨਿੰਗ ਆ ਉਹ ਸ਼ਾਮ ਨੂੰ 6 ਵਜੇ ਤੋਂ ਲੈ ਕੇ 9:30 ਵਜੇ ਤੱਕ ਹੈਗੀ ਆ, ਅਤੇ 10 ਤਰੀਕ ਨੂੰ ਹੈਗਾ ਫਿਰ ਕਲੋਜ਼ਿੰਗ ਫਿਲਮ ਹੈਗੀ ਆ, ਉਹ ਥੀਏਟਰ ਦੇ ਵਿੱਚ ਹੈਗੀ ਆ ਜੀ। ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਦੋਸਤੋ, ਨਵਪ੍ਰੀਤ ਹੋਣਾ ਦੇ ਨਾਲ ਅਸੀਂ ਗੱਲਬਾਤ ਕੀਤੀ। ਜਿਹੜੇ ਵੀ ਇੱਥੇ ਪਹੁੰਚ ਸਕਦੇ ਹੋ, ਜ਼ਰੂਰ ਇਸ ਫੈਸਟੀਵਲ ਦੇ ਵਿੱਚ ਪਹੁੰਚੋ। ਜਿਸ ਤਰ੍ਹਾਂ ਵੀ ਇਹਨਾਂ ਨੂੰ ਸਹਿਯੋਗ ਦੇ ਸਕਦੇ ਹੋ, ਜ਼ਰੂਰ ਸਹਿਯੋਗ ਦਿਓ। ਇਹ ਨਵਪ੍ਰੀਤ ਰੰਗੀ ਹੋਣਾ ਦਾ ਸਹਿਯੋਗ ਨਹੀਂ, ਸਗੋਂ ਤੁਸੀਂ ਆਪਣੀ ਮਾਂ ਬੋਲੀ ਪੰਜਾਬੀ ਦਾ ਸਹਿਯੋਗ ਕਰ ਰਹੇ ਹੋ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਸਿਟੀ ਆਫ ਸਰੀ ਦੀਆਂ ਚੋਣਾਂ 2022 ਦੇ ਵਿੱਚ 15 ਅਕਤੂਬਰ ਨੂੰ ਹੋ ਰਹੀਆਂ। ਇਹਦੇ ਬਾਰੇ ਮਾਹੌਲ ਹੁਣ ਤੋਂ ਹੀ ਗਰਮ ਹੋਣਾ ਸ਼ੁਰੂ ਹੋ ਗਿਆ। ਵੱਡੇ ਨਾਂ ਚਰਚਾ ਦੇ ਵਿੱਚ ਆ ਰਹੇ ਨੇ। ਗੁਰਪ੍ਰੀਤ ਸਿੰਘ ਸੋਤਾ ਹੋਣੀ ਸਾਡੇ ਨਾਲ ਨੇ, ਉਹਨਾਂ ਕੋਲੋਂ ਅਪਡੇਟ ਲੈਂਦੇ ਹਾਂ। ਸੋਤਾ ਸਾਹਿਬ, ਕਈ ਨਾਂ ਆ ਰਹੇ ਆ, ਕਦੇ ਜਿਹੜਾ ਹੈਰੀ ਬੈਂਸ ਉਹਨਾਂ ਦਾ ਨਾਂ ਆਉਂਦਾ, ਸੁਖ ਧਾਲੀਵਾਲ ਉਹਨਾਂ ਦਾ ਨਾਂ ਆਉਂਦਾ, ਜਸਵੀਰ ਸੰਧੂ ਦਾ ਨਾਂ ਆਉਂਦਾ, ਜਿੰਨੀ ਸਿਮਸ ਦਾ ਨਾਂ ਆਉਂਦਾ। ਸਾਰੇ ਜਵਾਬ ਲਗਭਗ ਇੱਕੋ ਜਿਹਾ ਹੀ ਦੇ ਰਹੇ ਆ ਕਿ ਸਾਡੇ ਜਿਹੜੇ ਚਾਹੁਣ ਵਾਲੇ ਉਹ ਕਹਿ ਰਹੇ ਕਿ ਸਿਲੈਕਸ਼ਨ ਦੇ ਵਿੱਚ ਆਓ। ਕੌਣ ਆ ਰਿਹਾ ਅਤੇ ਕੀ ਸਥਿਤੀ ਹੈ ਜੀ? ਦੇਖੋ, ਪੋਲੀਟੀਕਲ ਜਿਹੜੀ ਅਨਸਰਟਨਟੀ, ਰਾਜਨੀਤਿਕ ਅਨਿਸ਼ਚਿਤਤਾ ਬਹੁਤ ਬਣੀ ਹੋਈ ਆ ਸਰੀ ਦੇ ਵਿੱਚ। ਲੋਕਾਂ ਨੂੰ ਇਹ ਲੱਗ ਰਿਹਾ ਕਿ ਜਿਹੜੇ ਆ ਅੱਡ ਧਿਰਾਂ ਦੇ ਨਾਲ ਜੁੜੇ ਹੋਏ ਕਿ ਸਾਡੇ ਹੀ ਪੱਖ ਦੇ ਜਿਹੜੇ ਲੋਕ ਆ ਉਹ ਅੱਗੇ ਆਉਣੇ ਚਾਹੀਦੇ ਆ। ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਪ੍ਰੋਵਿੰਸ਼ੀਅਲ ਸਿਆਸਤ ਆ, ਉਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਆ ਉਹ ਵੀ ਵਿੱਚ ਸ਼ਾਮਲ ਆ, ਕਿਉਂਕਿ ਸਰੀ ਦੇ ਵਿੱਚ ਜਿਹੜੇ MLA ਜਿੱਤਣੇ ਆ ਉਹ ਕਿਸ ਪਾਰਟੀ ਦੇ ਜਿੱਤਦੇ ਆ, ਉਹਨਾਂ ਨੇ ਮੁੜ ਕੇ ਕਿਵੇਂ ਲੋਕਲ ਪੋਲੀਟਿਕਸ ਦੇ ਵਿੱਚ ਇਨਵੋਲਵ ਹੋਣਾ, ਇਹ ਸਾਰੀਆਂ ਗੱਲਾਂ ਬੜੀਆਂ ਮੈਟਰ ਕਰਦੀਆਂ।
ਸੋ ਆਪਾਂ ਜਾਣਦੇ ਹਾਂ ਕਿ ਇਸ ਵੇਲੇ ਡਗਮ ਕਲਮ ਹੋਣਾ ਦੀ ਜਿਹੜੀ ਆ ਮੈਜੋਰਟੀ ਵਾਲੀ ਕੌਂਸਲ ਚੱਲ ਰਹੀ ਆ। ਬੇਸ਼ੱਕ ਉਹ ਜਿਹੜੀ ਟੋਟਲ 9 ਮੈਂਬਰੀ ਕੌਂਸਲ ਆ, 8 ਕੌਂਸਲਰ ਆ, 9ਵੇਂ ਉਹ ਖੁਦ ਮੇਅਰ ਆ, ਉਹਦੇ ਵਿੱਚ 8 ਜਣੇ ਉਹਨਾਂ ਦੇ ਸੀਗੇ। ਸਿਰਫ ਇੱਕ ਸਰੀ ਫਸਟ ਵੱਲੋਂ ਲਿੰਡਾ ਐਨਸ ਜਿਹੜੇ ਜਿੱਤੇ ਸੀਗੇ। ਪਰ ਹੋਇਆ ਕੀ ਕਿ ਇਲੈਕਸ਼ਨ ਤੋਂ ਥੋੜ੍ਹੀ ਦੇਰੀ ਬਾਅਦ ਜਿਹੜੇ ਆ ਜੈਕ ਹੁੰਦਲ ਹੋਣੀ ਅਤੇ ਇਸ ਦੇ ਨਾਲ ਹੀ ਬ੍ਰੈਂਡਾ ਲੌਕ ਜਿਹੜੇ ਉਹਨਾਂ ਤੋਂ ਵੱਖਰ ਕੇ ਚੱਲਣ ਲੱਗੇ। ਜਿਹੜਾ RCMP ਤੋਂ ਸਰੀ ਪੁਲਿਸ ਦੀ ਟ੍ਰਾਂਜੀਸ਼ਨ ਦਾ ਮਸਲਾ ਸੀਗਾ, ਕੁਝ ਟਰਾਂਸਪੇਰੈਂਸੀ ਦੇ ਮਸਲੇ ਸੀਗੇ, ਉਹਨਾਂ ਨੂੰ ਲੈ ਕੇ ਜਿਹੜੀ ਆ ਉਹ ਸਲੇਟ ਪਾਟ ਗਈ। ਇੱਕ ਹੋਰ ਕੌਂਸਲਰ ਜਿਹੜੇ ਕਿ ਡਗਮ ਕਲਮ ਉਹਨਾਂ ਦੇ ਨਾਲ ਜਿੱਤੇ ਸਟੀਵਨ ਪੈਟੀਗਰੂ, ਉਹ ਵੀ ਅੱਡ ਹੋ ਗਏ। ਹੁਣ 5 ਮੈਂਬਰ ਇਨਕਲੂਡਿੰਗ ਡਗਮ ਕਲਮ ਇੱਕ ਪਾਸੇ ਆ, 4 ਜਣੇ ਜਿਹੜੇ ਆ ਉਹ ਵੱਖਰੇ ਵੀ ਕਈ ਵਾਰੀ ਹੋ ਜਾਂਦੇ, ਇਕੱਠੇ ਵੀ ਹੋ ਜਾਂਦੇ ਆ। ਬੇਸ਼ੱਕ ਡਗਮ ਕਲਮ ਹੁਣ ਕੋਲੇ ਮੈਜੋਰਟੀ ਆ, ਪਰ ਹੁਣ ਜਿਹੜੀ ਗਾਂਹ ਸਲੇਟ ਬਣਨੀ ਆ ਉਹਦੇ ਵਾਸਤੇ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ, ਲੜਾਈਆਂ ਹੋ ਰਹੀਆਂ ਵੀ ਕਿਹੜਾ ਬੰਦਾ ਅੱਗੇ ਆਵੇ। ਹੁਣ ਇੱਕ ਤਾਂ ਪੱਕਾ ਹੋ ਗਿਆ ਵੀ ਡਗਮ ਕਲਮ ਹੁਣੀ ਚੋਣ ਲੜਨੀ ਆ, ਉਹਨਾਂ ਨੇ ਐਲਾਨ ਕੀਤਾ ਹੋਇਆ। ਦੂਜੇ ਪਾਸੇ ਬ੍ਰੈਂਡਾ ਲੌਕ ਜਿਹੜੇ ਕਿ ਪਹਿਲਾਂ ਡਗਮ ਕਲਮ ਹੋਣ ਵਾਲੀ ਸਲੇਟ ਦੇ ਵਿੱਚੋਂ ਜਿੱਤੇ ਸੀਗੇ, ਉਸ ਤੋਂ ਪਹਿਲਾਂ ਉਹ ਅੱਡ ਮੈਂਬਰ ਵਜੋਂ ਕੌਂਸਲਰ ਵੀ ਰਹਿ ਚੁੱਕੇ ਆ, ਵਿਧਾਇਕ ਵੀ ਰਹਿ ਚੁੱਕੇ ਆ। ਉਹਨਾਂ ਨੇ ਐਲਾਨ ਕੀਤਾ ਹੋਇਆ ਕਿ ਉਹ ਜਿਹੜਾ ਚੋਣ ਲੜਨਗੇ। ਇਸ ਦੇ ਇਲਾਵਾ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਜਿਹੜੇ ਆ ਉਹ ਮੈਦਾਨ ਵਿੱਚ ਆ ਰਹੇ ਆ ਜਲਦ। ਕੁਝ ਦਿਨ ਪਹਿਲਾਂ ਹੀ ਮੇਰੇ ਨਾਲ ਖੁਦ ਨਾਲ ਗੱਲਬਾਤ ਕਰਦੇ ਉਹਨਾਂ ਨੇ ਪੁਸ਼ਟੀ ਕੀਤੀ ਇਸ ਗੱਲ ਦੀ ਕਿ ਉਹਨਾਂ ਦਾ ਪਲੇਟਫਾਰਮ ਜਿਹੜਾ ਤਿਆਰ ਹੋ ਰਿਹਾ ਅਤੇ ਹੋ ਸਕਦਾ ਮਈ ਦੇ ਵਿੱਚ ਪੂਰੀ ਸਲੇਟ ਦੇ ਨਾਲ ਆਉਣ। ਜਸਵੀਰ ਸੰਧੂ ਜਿਹੜੇ ਕਿ ਸਰੀ ਤੋਂ MP ਰਹੇ ਆ ਪਹਿਲਾਂ NDP ਦੇ ਵੱਲੋਂ, ਉਹ ਵੀ ਮੈਦਾਨ ਵਿੱਚ ਆ ਰਹੇ ਆ ਜਲਦ। ਸੁਖ ਧਾਲੀ ਉਹਨਾਂ ਦਾ ਸਾਥ ਦੇਣਗੇ ਉਹ। ਇਸ ਦੇ ਨਾਲ ਹੈਰੀ ਬੈਂਸ ਹੁਣੀ ਪਹਿਲਾਂ ਜਵਾਬ ਦੇ ਗਏ ਸੀਗੇ, ਉਹਨਾਂ ਨੇ ਕੰਸੀਡਰ ਕੀਤਾ ਸੀਗਾ, ਪਰ ਜਿਵੇਂ ਪਤਾ ਲੱਗਾ ਕਿ ਪਰਿਵਾਰ ਵੱਲੋਂ ਅਤੇ ਕੁਝ ਨਜ਼ਦੀਕੀਆਂ ਵੱਲੋਂ ਕਿਹਾ ਗਿਆ ਕਿ ਨਹੀਂ, ਅੱਜ ਤੋਂ ਬਾਹਰ ਰਹਿਣਾ ਚਾਹੀਦਾ, ਉਹ ਛੱਡ ਗਏ ਵਿੱਚੋਂ। ਜਿਨੀ ਸਿਮਸ ਦਾ ਨਾਂ ਵਾਰ-ਵਾਰ ਆ ਰਿਹਾ, ਉਹਨਾਂ ਦੇ ਸਪੋਰਟਰ ਜਿਹੜੇ ਆ ਉਹ ਵੀ ਚਾਹੁੰਣਗੇ ਕਿ ਸਾਡਾ ਸਰੀ ਦੀ ਸਿਆਸਤ ਵਿੱਚ ਹੱਥ ਪਵੇ, ਪਰ ਉਹ ਹਜੇ ਖੁੱਲ੍ਹ ਕੇ ਜਿਹੜਾ ਆ ਕੁਛ ਨਹੀਂ ਆ ਰਹੇ। ਸੋ ਸ਼ਾਇਦ ਇਹ ਕਿਆਸ ਲਾਈਆਂ ਰਹਿ ਜਾਣ। ਇਸ ਤੋਂ ਇਲਾਵਾ ਇਹ ਪੰਜਾਬੀ ਸਿਆਸਤ ਦੇ ਨਾਲ ਵਾਬਸਤਾ ਗੱਲਾਂ ਆ। ਸਰੀ ਇਕੱਲੀ ਪੰਜਾਬੀਆਂ ਦੀ ਨਹੀਂ ਹੈਗੀ, ਸਰੀ ਦੇ ਵਿੱਚ 104 ਤੋਂ ਉੱਪਰ ਭਾਸ਼ਾਵਾਂ ਬੋਲੀਆਂ ਜਾਂਦੀਆਂ, ਅੱਡ ਅੱਡ ਫਿਰਕਿਆਂ ਦੇ ਲੋਕ ਰਹਿੰਦੇ ਆ। ਜਿਹੜੀ ਮੇਨ ਸਟ੍ਰੀਮ ਕਮਿਊਨਿਟੀ ਆ, ਗੋਰਿਆ ਭਾਈਚਾਰਾ ਆ, ਉਹਦਾ ਬਹੁਤ ਕੰਟਰੋਲ ਹੈਗਾ ਆ। ਉਹਨਾਂ ਨੇ ਹਜੇ ਕੀ ਕਰਨਾ ਆ, ਉਹਨਾਂ ਨੇ ਆਪਣੇ ਪੱਤੇ ਨਹੀਂ ਖੋਲ੍ਹੇ। ਕਿਆਸ ਲਾਈਆਂ ਇਹ ਸੀਗੀਆਂ ਕਿ ਸਰੀ ਜਿਹੜੀ ਵਾਈਟ ਰੌਕ ਤੋਂ ਸਾਬਕਾ MP ਆ ਗੋਡੀ ਹੋਗ, ਉਹ ਸ਼ਾਇਦ ਸੁਖ ਧਾਲੀਵਾਲ ਉਹਨਾਂ ਦੇ ਨਾਲ ਰਲ ਕੇ ਸਰਕਾਰ ਦੇ ਵਿੱਚ ਸਲੇਟ ਬਣਾ ਸਕਦੇ ਆ। 3 MP ਇੱਕ ਪਾਸੇ ਹੋ ਸਕਦੇ ਆ ਵੀ ਇੱਕ ਪਾਸੇ ਸੁਖ ਧਾਲੀਵਾਲ, ਜਸਵੀਰ ਸੰਧੂ, ਗੋਡੀ ਹੋਗ ਇੱਕ ਸਲੇਟ ਵਿੱਚ ਹੋਣ, ਨਾਲ ਕੁਝ ਹੋਰ ਅੱਡ ਅੱਡ ਭਾਈਚਾਰਿਆਂ ਦੇ ਲੋਕ ਲਏ ਜਾ ਸਕਦੇ ਆ। ਹੁਣ ਸੁਣਨ ਵਿੱਚ ਇਹ ਵੀ ਆ ਰਿਹਾ ਕਿ ਸਰੀ ਫਸਟ ਵੱਲੋਂ ਆਪਣੀਆਂ ਜਿਹੜੀਆਂ ਆ ਕਿਆਸ ਲਾਈਆਂ ਕੀਤੀਆਂ ਜਾ ਰਹੀਆਂ ਆ, ਤਿਗੜਮਬਾਜ਼ੀ ਲਾਈ ਜਾ ਰਹੀ ਹੈ ਕਿ ਅੱਡ ਸਲੇਟ ਲਿਆਂਦੀ ਜਾਵੇ। ਸੋ ਹਾਲੇ ਤੱਕ ਪੂਰੀ ਗੱਲ ਜਿਹੜੀ ਆ ਇਸ ਬਾਰੇ ਕਲੀਅਰ ਨਹੀਂ ਹੈਗੀ ਕਿ ਜਿਹੜਾ ਗਰੁੱਪ ਪਿਛਲੀ ਵਾਰੀ ਹਰਿਆ ਸੀ ਟੌਮ ਗਿੱਲ ਹੋਣਾ ਦਾ, ਉਹਨਾਂ ਨੇ ਸੁਖ ਧਾਲੀਵਾਲ ਉਹਨਾਂ ਦੇ ਨਾਲ ਅਲਾਇੰਸ ਕਰਕੇ ਆਉਣਾ ਜਾਂ ਆਪਣੀ ਸਲੇਟ ਜਿਹੜੀ ਆ ਅੱਡ ਲੈ ਕੇ ਆਉਣੀ ਆ। ਸੋ ਜੇਕਰ ਜਿਵੇਂ ਪਿਛਲੀ ਵਾਰੀ 3 ਸਲੇਟਾਂ ਮੁੱਖ ਤੌਰ 'ਤੇ ਸੀ ਜਿਹਨਾਂ ਦਾ ਆਪਸ ਵਿੱਚ ਮੁਕਾਬਲਾ ਸੀਗਾ, ਬਾਕੀ ਹੋਰ ਕਈ ਲੋਕ ਜਿਹੜੇ ਆ ਖੜ੍ਹੇ ਸੀਗੇ, ਪਰ ਐਤਕੀ ਜਿਹੜਾ ਲੱਗ ਰਿਹਾ ਕਿ ਸ਼ਾਇਦ 4 ਪਾਸਿਓਂ ਜਿਹੜੀਆਂ ਸਲੇਟਾਂ ਆ ਸਕਦੀਆਂ ਅਤੇ ਚਾਰੇ ਬੜੀਆਂ ਸਟਰੋਂਗ ਹੋਣਗੀਆਂ। ਕਿਉਂਕਿ ਬ੍ਰੈਂਡਾ ਲੌਕ ਜਿਹੜੀ ਉਹਨਾਂ ਨੂੰ ਕੀ ਪਤਾ RCMP ਗਰੁੱਪ ਦਾ ਸਮਰਥਨ, ਜੇਕਰ ਸਰੀ ਫਸਟ ਵਾਲੇ ਜਿਹੜੇ ਆਉਂਦੇ ਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਲੋਕਾਂ ਦਾ ਸਮਰਥਨ ਹੋਣਾ, ਵੋਟਾਂ ਪਾਟਣ ਦਾ ਡਰ ਵੀ ਹੋਣਾ, ਪੰਜਾਬੀ ਭਾਈਚਾਰੇ ਦੀ ਵੋਟ ਵੀ ਵੰਡੀ ਜਾਣੀ ਆ। ਸੋ ਕਾਫੀ ਕੁਛ ਇਸ ਵਾਰੀ ਦਾਅ ਦੇ ਉੱਤੇ ਲੱਗਾ ਹੋਇਆ। ਬਹੁਤ ਸਾਰੇ ਜਿਹੜੇ ਮੈਂਬਰ ਪਾਰਲੀਮੈਂਟ ਜਿੱਦਾਂ ਤੁਸੀਂ ਜ਼ਿਕਰ ਕੀਤਾ ਜਾਂ ਹੋਰ ਲੋਕ ਇੱਧਰਲੇ ਪਾਸੇ ਸੋਚ ਰਹੇ, ਪਹਿਲਾਂ ਵੀ ਇੱਦਾਂ ਹੁੰਦਾ ਕਿ ਇਸ ਵਾਰੀ ਇਹ ਸਿਆਸਤ ਦੇ ਵਿੱਚ, ਸਿਟੀ ਦੀ ਸਿਆਸਤ ਦੇ ਵਿੱਚ ਜ਼ਿਆਦਾ ਜਿਹੜੀ ਫੈਡਰਲ ਅਤੇ ਪ੍ਰੋਵਿੰਸ਼ੀਅਲ ਜਿਹੜੇ ਨੇਤਾ ਨੇ ਆ ਰਹੇ ਨੇ। ਅਸਲ ਦੇ ਵਿੱਚ ਇਹ ਗੱਲ ਪੰਜਾਬ ਵਾਂਗੂ ਆ, ਜਿਵੇਂ ਕਿ ਪੰਜਾਬ ਦੇ ਵਿੱਚ ਸਰਪੰਚ ਦੀ ਚੋਣ ਜਿੱਤਣੀ ਸਭ ਤੋਂ ਔਖੀ ਹੁੰਦੀ ਆ, MLA ਉਦੋਂ ਸੌਖਾ ਹੁੰਦਾ, MP ਉਦੋਂ ਸੌਖਾ, ਉਵੇਂ ਇੱਥੇ ਆ। ਜਿਹੜੀ ਸਿਟੀ ਦੀ ਇਲੈਕਸ਼ਨ ਆ ਜਿੱਤਣੀ ਸਭ ਤੋਂ ਔਖੀ ਹੁੰਦੀ ਆ। MP ਜਿਹੜੇ ਆ MLA ਉਹ ਵੀ ਵਿੱਚ ਐਤਕੀ ਜ਼ੋਰ ਅਜ਼ਮਾਈ ਕਰ ਰਹੇ, ਕਿਉਂਕਿ ਇੱਥੇ ਸਿੱਧਾ ਕੰਟਰੋਲ ਹੁੰਦਾ ਤੁਹਾਡਾ ਫੈਸਲਿਆਂ 'ਤੇ। ਜਿਹੜਾ MLA ਜਾਂ MP ਆ ਉਹ ਕਈ ਫੈਸਲੇ ਸਿੱਧੇ ਨਹੀਂ ਲੈ ਸਕਦਾ ਜਿਹੜੇ ਕਿ ਆਮ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ। ਸਿਟੀ ਦੇ ਵਿੱਚ ਜਿਹੜੇ ਕੌਂਸਲਰ ਫੈਸਲੇ ਲੈਂਦੇ ਆ, ਮੇਅਰ ਫੈਸਲੇ ਲੈਂਦੇ ਆ, ਉਹ ਸਿੱਧੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਆ, ਲੋਕਾਂ ਨੂੰ ਸਿੱਧੇ ਸੁਣਾਏ ਜਾ ਸਕਦੇ ਆ। ਇਸ ਕਰਕੇ ਕਿਤੇ ਨਾ ਕਿਤੇ ਲੱਗਦਾ। ਅਤੇ ਬਾਕੀ ਹੁਣ ਸੁਖ ਧਾਲੀਵਾਲ ਹੁਣੀ ਜਿਵੇਂ ਕਿ MP ਬਣ ਕੇ ਦੇਖ ਲਿਆ ਕਈ ਵਾਰੀ, ਅਤੇ ਸ਼ਾਇਦ ਉਹਨਾਂ ਦਾ ਜੀਅ ਕਰਦਾ ਕਿ ਮੈਂ ਇੱਕ ਵਾਰੀ ਸਿਆਸਤ ਇੱਧਰ ਵਿੱਚ ਆ ਕੇ ਦੇਖਾਂ। ਅਤੇ ਬਾਕੀ ਇਹ ਵੀ ਗੱਲ ਹੈ ਵੀ ਉਹਨਾਂ ਨੇ ਆਪਣੇ ਜਿਹੜੀ ਪੋਲੀਟੀਕਲ ਕਰੀਅਰ ਦੀ ਸ਼ੁਰੂਆਤ ਆ ਉਹ ਸਿਵਿਕ ਇਲੈਕਸ਼ਨ ਤੋਂ ਕੀਤੀ ਸੀਗੀ। ਉਹ ਇਲੈਕਸ਼ਨ ਲੜੇ ਸੀਗੇ 99 ਦੇ ਵਿੱਚ, ਸਾਰੀ ਸਲੇਟ ਜਿੱਤ ਗਈ ਸੀਗੀ, ਉਹ ਹਾਰ ਗਏ ਸੀਗੇ। ਸ਼ਾਇਦ ਕਿਤੇ ਨਾ ਕਿਤੇ ਮਨ ਵਿੱਚ ਉਹ ਹੈਗਾ ਵੀ ਉਹ ਮੈਂ ਦਾਗ ਜਿਹੜਾ ਧੋਣਾ ਆ, ਇੱਕ ਵਾਰੀ ਮੈਂ ਸਿਟੀ ਇਲੈਕਸ਼ਨ ਵੀ ਜਿੱਤ ਕੇ ਦਿਖਾਉਣੀ ਆ। ਅਤੇ ਜਸਵੀਰ ਸੰਧੂ ਹੁਣੀ ਪਹਿਲਾਂ ਤਾਂ ਪਰੇ ਹੋ ਗਏ ਸੀਗੇ, ਪਰ ਹੁਣ ਫਿਰ ਸਿਆਸਤ ਦੇ ਵਿੱਚ ਸਰਗਰਮ ਹੋ ਗਏ ਆ। ਅਤੇ ਦੂਜੇ ਪਾਸੇ ਜਿਨੀ ਸਿਮਸ ਜਿਹੜੇ ਹਾਲੇ ਖੁੱਲ੍ਹ ਕੇ ਬਾਹਰ ਨਹੀਂ ਆਏ, ਪਰ ਹੋ ਸਕਦਾ ਉਹ ਵੀ ਚਾਹੁਣ ਕਿ ਮੈਂ ਸਿਟੀ ਦੀ ਸਿਆਸਤ ਵਿੱਚ ਜਿਹੜਾ ਆ ਸਿੱਧਾ ਲੋਕਾਂ ਦੇ ਨਾਲ ਜੁੜਾਂ। ਆਮ ਤੌਰ 'ਤੇ ਇੱਕ ਗੱਲ ਸਾਰੇ ਕਹਿੰਦੇ ਆ ਵੀ ਜੋ ਕੁਛ ਸਿਟੀ ਦੇ ਵਿੱਚ ਗਲਤ ਹੋ ਰਿਹਾ ਅਸੀਂ ਉਹਨੂੰ ਠੀਕ ਕਰਨ ਆ ਰਹੇ ਹਾਂ, ਕਿ ਬਹੁਤ ਕੁਛ ਗਲਤ ਹੋ ਰਿਹਾ।
ਲੋਕ ਜਿਹੜੇ ਆ ਜੀ ਉਹ ਆਲਵੇਜ਼ ਖੁਸ਼ ਨਹੀਂ ਹੁੰਦੇ ਕਿਸੇ ਤੋਂ ਵੀ। ਜਦੋਂ ਪਿਛਲੀ ਵਾਰੀ ਬਦਲਾਅ ਆਇਆ ਸੀਗਾ ਉਦੋਂ ਵੀ ਲੋਕ ਇਹੀ ਕਹਿੰਦੇ ਸੀਗੇ ਕਿ ਸਾਰਾ ਕੁਝ ਸਹੀ ਨਹੀਂ ਹੋ ਰਿਹਾ, ਚੇਂਜ ਆਉਣੀ ਚਾਹੀਦੀ ਆ। ਅਤੇ ਹੁਣ ਜਿਹੜੇ ਤਾਂ ਡੱਗ ਮੁਕੱਲਮ ਉਹਨਾਂ ਦੇ ਸਪੋਰਟਰ ਨੇ, ਉਹ ਤਾਂ ਜਾਂ ਉਹਨਾਂ ਦਾ ਪਲੇਟਫਾਰਮ ਉਹ ਤਾਂ ਇਸ ਗੱਲ 'ਤੇ ਚੋਣ ਲੜੂਗਾ ਵੀ ਅਸੀਂ ਜਿਹੜੇ ਵਾਅਦੇ ਕੀਤੇ ਸੀ ਪੂਰੇ ਕਰਤੇ। ਅਸੀਂ LRT ਖਤਮ ਕਰਕੇ ਸਕਾਈ ਟ੍ਰੇਨ ਲਿਆਉਣ ਦੀ ਗੱਲ ਕੀਤੀ ਸੀ, ਉਹ ਆ ਗਈ ਆ। ਅਸੀਂ ਰੈਕਰੀਏਸ਼ਨ ਸੈਂਟਰ ਗਰਾਊਂਡਾਂ ਬਣਾਉਣ ਦੀ ਗੱਲ ਕੀਤੀ ਸੀ, ਉਹ ਕਰਤੀਆਂ। ਅਸੀਂ ਪੁਲਿਸ ਟ੍ਰਾਂਜੀਸ਼ਨ ਦੀ ਗੱਲ ਕੀਤੀ ਸੀ, ਉਹ ਕਰਤੀ। ਅਤੇ ਜਿਹੜੇ ਹੋਰ ਉਹਨਾਂ ਦੇ ਮੈਨੀਫੈਸਟੋ ਵਿੱਚ ਵਾਅਦੇ ਸੀਗੇ ਉਹ ਪੂਰੇ ਕਰਤੇ ਆ। ਇਸ ਕਰਕੇ ਜਿਹੜੇ ਲੋਕਾਂ ਨੂੰ ਉਹ ਜਵਾਬਦੇ ਆ ਉਹਨਾਂ ਨੇ ਖੁਸ਼ ਕਰ ਦਿੱਤਾ ਵੀ ਅਸੀਂ ਆਹ ਕੰਮ ਤੁਹਾਨੂੰ ਕਹੇ ਸੀ ਕਰਨ ਵਾਲੇ, ਉਹ ਕਰ ਦਿੱਤੇ ਆ। ਦੂਜੇ ਪਾਸੇ ਇੱਕ ਵੱਡਾ ਗਰੁੱਪ ਸੀਗਾ, ਕਿਉਂਕਿ 3 ਧਿਰੀ ਟੱਕਰ ਸੀਗੀ, ਸੋ 2 ਧਿਰਾਂ ਤਾਂ ਉਹਨਾਂ ਦੇ ਉਲਟ ਸੀਗੀਆਂ ਹੀ, ਸੋ ਹੁਣ ਵੀ ਹੈਗੀਆਂ ਆ। ਸੋ ਉਹ ਪਹਿਲਾਂ ਵੀ ਨਾ ਖੁਸ਼ ਸੀਗੀਆਂ, ਇਸ ਪੂਰੇ ਕਾਰਜਕਾਲ ਦੇ ਦੌਰਾਨ ਵੀ ਉਹ ਨਾ ਖੁਸ਼ ਰਹੀਆਂ ਕਿ ਟਰਾਂਸਪੇਰੈਂਸੀ ਹੈ ਨਹੀਂ ਗੀ ਸਿਟੀ ਹਾਲ ਦੇ ਵਿੱਚ। ਬਾਕੀ ਪ੍ਰਸ਼ਾਸਨ ਚਲਾਉਂਦਿਆਂ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ, ਬਹੁਤ ਸਾਰੇ ਕਰੋਨਾ ਕਾਰਨ ਜਿਹੜੇ ਕੰਮ ਆ ਉਹ ਵੀ ਢਿੱਲ ਮੱਠ ਨਾਲ ਹੋਇਆ। ਕੁਛ ਕੌਂਸਲ ਦੀ ਢਿੱਲ ਮੱਠ ਦੇ ਨਾਲ ਜਾਂ ਸਿਟੀ ਸਟਾਫ ਦੀ ਢਿੱਲ ਮੱਠ ਨਾਲ ਆ, ਉਹਨਾਂ ਦਾ ਨਜ਼ਲਾ ਵੀ ਇਸ ਕੌਂਸਲ ਦੇ ਉੱਤੇ ਝੜਨਾ ਆ ਵੀ ਜਿਵੇਂ ਕਿ ਪਰਮਿਟ ਜਿਹੜੇ ਆ ਲੋਕਾਂ ਨੂੰ ਬਹੁਤ ਸਮਾਂ ਲੱਗਾ ਉਡੀਕਣ ਦੇ ਵਾਸਤੇ। ਹੋਰ ਕੇ ਕੰਮਕਾਰ ਜਿਹੜੇ ਸੀਗੇ ਉਹਨਾਂ ਦਾ ਜਵਾਬ ਤਸੱਲੀ ਬਖਸ਼ ਨਹੀਂ ਸੀ ਹੁੰਦਾ ਜਾਂ ਸਮੇਂ ਸਿਰ ਨਹੀਂ ਹੁੰਦਾ। ਸੋ ਜਿਹੜੀ ਐਂਟੀ ਇਨਕੰਬੈਂਸੀ ਆ ਉਹਨੇ ਵੀ ਜਿਹੜਾ ਰੋਲ ਨਿਭਾਉਣਾ ਆ। ਸੋ ਕਈ ਫੈਕਟਰ ਜਿਹੜੇ ਇਹਦੇ 'ਚ ਪ੍ਰਭਾਵਿਤ ਕਰਨਗੇ ਜੀ। ਇਸ ਗੱਲ ਦੇ ਕਿੰਨੇ ਕੁ ਚਾਂਸਸ ਆ ਵੀ ਕੋਈ ਵੀ ਆਵੇ ਪਰ ਸਰੀ ਨੂੰ ਪਹਿਲਾ ਪੰਜਾਬੀ ਮੇਅਰ ਮਿਲ ਜਾਊਗਾ? ਇਹਦੀ ਕੋਈ ਗਰੰਟੀ ਨਹੀਂ ਹੈਗੀ ਜੀ। ਇਹ ਇੱਕ ਵੱਡਾ ਚਾਹਤ ਹੋ ਸਕਦੀ ਆ, ਕਿਉਂਕਿ ਕੈਲਗਰੀ ਦੇ ਵਿੱਚ ਐਡਮਿੰਟਨ ਦੇ ਵਿੱਚ ਪੰਜਾਬੀ ਮੇਅਰ ਆ ਗਏ। ਸ਼ਾਇਦ ਕਿਤੇ ਨਾ ਕਿਤੇ ਇਹੀ ਕਾਰਨ ਆ ਕਿ ਸੁਖ ਧਾਲੀਵਾਲ ਉਹਨਾਂ ਨੂੰ ਵੀ ਲੱਗਾ ਹੋਵੇ ਕਿ ਮੈਂ ਸਰੀ ਦੇ ਵਿੱਚ ਪੰਜਾਬੀ ਮੇਅਰ ਪਹਿਲਾਂ ਹੋ ਸਕਦਾ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਕਿ ਉਹਨਾਂ ਦਾ ਜਿਹੜਾ ਸਪੋਰਟਰਾਂ ਦਾ ਘੇਰਾ ਬਹੁਤ ਵਿਸ਼ਾਲ ਹੈਗਾ ਆ ਅਤੇ ਉਹਨਾਂ ਕੋਲ ਟੀਮ ਹੈਗੀ ਆ, ਉਹਨਾਂ ਕੋਲ ਤਿਕੜਮਬਾਜ਼ੀਆਂ ਸਾਰੀਆਂ ਹੈਗੀਆਂ। ਪਰ ਨਾਲ ਦੀ ਨਾਲ ਗੱਲ ਇਹ ਵੀ ਸੋਚਣ ਵਾਲੀ ਹੈ ਕਿ ਪਹਿਲਾਂ ਸਿਰਫ ਸਰੀ ਨਿਊਟਨ ਹਲਕੇ ਦੇ ਵਿੱਚੋਂ MP ਜਿੱਤਦੇ ਰਹੇ ਆ, ਪਰ ਇਹ ਸਾਰੀ ਸਰੀ ਦੀ ਚੋਣ ਹੈਗੀ ਆ। ਸੋ ਉਹਦੇ ਵਿੱਚ ਕਿਵੇਂ ਹੁੰਦਾ ਕਿ ਆਪਣੇ ਆਪ ਦੇ ਵਿੱਚ ਵੀ ਉਹਨਾਂ ਦੇ ਵਾਸਤੇ ਬਹੁਤ ਵੱਡਾ ਚੈਲੰਜ ਹੈਗਾ ਆ ਅਤੇ ਬਹੁਤ ਹੀ ਦਿਲਚਸਪ ਮੁਕਾਬਲੇ ਹੋਣਗੇ। ਪਿਛਲੀ ਵਾਰੀ ਜਿਹੜੀ ਇਲੈਕਸ਼ਨ ਸੀਗੀ ਉਹਦੇ 'ਚ ਆਮ ਤੌਰ 'ਤੇ ਲੋਕ ਗੱਲਾਂ ਕਰਦੇ ਸੀ ਵੀ ਇਹਦਾ ਪੱਧਰ ਬਹੁਤ ਹੇਠਾਂ ਡਿੱਗ ਪਿਆ ਸੀ ਇੱਕ ਦੂਜੇ ਦੇ ਖਿਲਾਫ ਪ੍ਰਚਾਰ ਕਰਨ ਦੇ ਵਿੱਚ। ਇਸ ਵਾਰੀ ਕੀ ਲੱਗਦਾ? ਇਸ ਵਾਰੀ ਜਿਹੜਾ ਪੱਧਰ ਹੈ ਉਦੋਂ ਵੀ ਨੀਵਾਂ ਡਿੱਗੂਗਾ ਜੀ। ਹੁਣੇ ਆਲਰੇਡੀ ਸ਼ੁਰੂ ਹੋ ਚੁੱਕਾ ਆ। ਤੋਹਮਤਬਾਜ਼ੀ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ, ਕੁਝ ਰਵਾਇਤੀ ਮੀਡੀਆ ਚੈਨਲਾਂ ਦੇ ਉੱਤੇ ਸ਼ੁਰੂ ਹੋ ਚੁੱਕੀ ਆ। ਪੁਰਾਣੀਆਂ ਗੱਲਾਂ ਕੱਢ ਕੇ ਲਿਆਂਦੀਆਂ ਜਾ ਰਹੀਆਂ। ਮੈਨੂੰ ਪੂਰੀ ਆਸ ਹੈ ਵੀ ਜਿੰਨਾ ਕਿ ਪਿਛਲੀ ਵਾਰੀ ਪੱਧਰ ਡਿੱਗਿਆ ਸੀ ਉਦੋਂ ਕਿਤੇ ਜ਼ਿਆਦਾ ਐਤਕੀ ਜਿਹੜਾ ਇਹਦਾ ਲੰਮਾ ਸਮਾਂ ਜਿਹੜਾ ਆ ਡਿੱਗਣ ਦੀ ਆਸ ਹੈਗੀ। ਇਹ ਨਹੀਂ ਲੱਗਦਾ ਕਿ ਇਸ ਸਮੇਂ ਤੋਂ ਕਾਫੀ ਪਹਿਲਾਂ ਸਿਆਸਤ ਗਰਮ ਹੋ ਗਈ ਹੈ? 15 ਅਕਤੂਬਰ ਨੂੰ ਇਲੈਕਸ਼ਨ ਆ ਜੇ। ਬਿਲਕੁਲ, ਜਿੱਥੇ ਜਿੱਥੇ ਵੀ ਪੰਜਾਬੀ ਹੋਣਗੇ ਉੱਥੇ ਕੁਦਰਤੀ ਆ ਵੀ ਸਿਆਸਤ ਜਿਹੜੀ ਆ ਇਹ ਪਹਿਲਾਂ ਹੀ ਗਰਮਾ ਜਾਂਦੀ ਆ, ਕਿਉਂਕਿ ਇਹਨਾਂ ਦਾ ਗਿਣਤੀ ਛੋਟੀ ਹੋਵੇ ਚਾਹੇ ਵੱਡੀ ਹੋਵੇ, ਸਿਆਸਤ ਦੇ ਵਿੱਚ ਰੁਝਾਨ ਬਹੁਤ ਰੱਖਦੇ ਆ, ਦਿਲਚਸਪੀ ਬਹੁਤ ਰੱਖਦੇ ਆ। ਸੋ ਉਸ ਕਾਰਨ ਪਹਿਲਾਂ ਤੋਂ ਤਿਆਰੀਆਂ ਜਿਹੜੀਆਂ ਹੋ ਚੁੱਕੀਆਂ ਆ। ਸੋ ਲੜਾਈ ਜਿਹੜੀ ਆ, ਇੱਕ ਨੇ ਗੁਰਜ ਬਚਾਉਣੀ ਆ ਆਪਣੀ, ਵੀ ਗੁਰਜ ਮੇਰੇ ਕੋਲ ਰਹਿ ਜਾਵੇ, ਦੂਜੇ ਖੂਨ ਵਾਲੇ ਆ। ਸੋ ਇਹ ਲੜਾਈ ਜਿਹੜੀ ਹੈ ਕਿ ਪਹਿਲਾਂ ਹੀ ਜ਼ਿਆਦਾ ਗਰਮਾ ਗਈ ਆ। ਵੈਸੇ ਵੀ ਪਿਛਲੀਆਂ ਵਾਰੀਆਂ ਵਿੱਚ ਵੀ ਦੇਖਿਆ ਕਿ ਵੈਨਕੂਵਰ ਚੋਣਾਂ ਹੋਣ, ਬਰਨ ਵੀ ਚੋਣਾਂ ਹੋਣ, ਇੰਨੀ ਰੌਲੀ ਨਹੀਂ ਪੈਂਦੀ। ਜਦੋਂ ਈਵਨ ਨਹੀਂ ਵੀ ਇਹ ਇਸ਼ੂ ਸੀਗਾ, ਪਹਿਲਾਂ ਡਾਇਨਾਵਾਟ ਹੋਣੀ ਹੁੰਦੇ ਸੀ, ਲਿੰਡਾ ਹੈਪਨਰ ਹੁੰਦੇ ਸੀਗੇ, ਉਦੋਂ ਵੀ ਜਿਹੜੀ ਆ ਸਰੀ ਦੇ ਵਿੱਚ ਰੌਲੀ ਜ਼ਿਆਦਾ ਹੁੰਦੀ ਸੀ ਚੋਣਾਂ ਦੀ। ਉਹਦਾ ਇੱਕ ਵੱਡਾ ਕਾਰਨ ਇਹ ਵੀ ਆ ਕਿ ਡਿਵੈਲਪਮੈਂਟ ਜਿਹੜੀ ਆ ਜ਼ਿਆਦਾ ਸਰੀ 'ਚ ਹੋ ਰਹੀ ਆ। ਸਰੀ ਬਹੁਤ ਤੇਜ਼ੀ ਦੇ ਨਾਲ ਸ਼ਹਿਰ ਜਿਹੜਾ ਫੈਲ ਰਿਹਾ ਆ, ਉਹਦੇ ਵਿੱਚ ਲੋਕਾਂ ਦੇ ਸਟੇਕ ਹੈਗੇ ਆ। ਹਰੇਕ ਜਿਹੜਾ ਵੱਡਾ ਬੰਦਾ ਉਹ ਚਾਹੁੰਦਾ ਆ ਕਿ ਮੇਰੀ ਪਸੰਦ ਦੀ ਕੌਂਸਲ ਆਵੇ ਤਾਂ ਕਿ ਮੈਂ ਕਿਸ ਤਰ੍ਹਾਂ ਪ੍ਰਭਾਵਿਤ ਕਰਕੇ ਉਹਨਾਂ ਨੂੰ ਆਪਣੀ ਡਿਵੈਲਪਮੈਂਟ ਜਿਹੜੀ ਆ ਕਰਾ ਜਾਵਾਂ। ਸੋ ਪਰਦੇ ਪਿੱਛੇ ਜਿਹੜੀਆਂ ਗੇਮਾਂ ਚੱਲ ਰਹੀਆਂ ਵੱਡਿਆਂ ਪਲੇਅਰਾਂ ਦੀਆਂ, ਉਹਦੇ ਕਰਕੇ ਸਿਆਸਤ ਜਿਹੜੀ ਹੇਠਲੇ ਪੱਧਰ ਦੇ ਉੱਤੇ ਬਹੁਤ ਗਰਮਾਉਂਦੀ ਆ। ਆਮ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਕਈ ਵਾਰੀ ਵੀ ਅਕਤੂਬਰ 15 ਨੂੰ ਚੋਣਾਂ ਹੋਣੀਆਂ, ਵੀ ਹੁਣੇ ਕੱਲ੍ਹ ਹੀ ਕੰਮ ਗਰਮ ਹੋ ਗਿਆ ਆ। ਪਰ ਜਿਹੜੇ ਕਹਿੰਦੇ ਪਿੱਛੋਂ ਜਿਹਨਾਂ ਨੇ ਆਪਣੇ ਕੰਮ ਕਰਵਾਉਣੇ ਆ, ਜਿਨ੍ਹਾਂ ਨੂੰ ਮੂਹਰੇ ਡਿਵੈਲਪਮੈਂਟ ਦਿਖਦੀ ਆ, ਉਹਨਾਂ ਨੂੰ ਲੱਗਦਾ ਕਿ ਅਸੀਂ ਹੁਣ ਤੋਂ ਜੇ ਸਿਹਤ ਬੇਦ ਕਰਾਂਗੇ ਤਾਂ ਸਾਡੇ ਕੰਮ ਸਿੱਧੇ ਹੋਣੇ ਆ। ਉਹ ਪਹਿਲਾਂ ਹੀ ਤਿਆਰੀਆਂ ਜਿਹੜੀਆਂ ਵਿੱਢ ਦਿੰਦੇ ਆ, ਕਿਉਂਕਿ ਇਸ ਇਲੈਕਸ਼ਨ ਦੇ ਵਿੱਚ ਪੈਸਾ ਬਹੁਤ ਵੱਡੀ ਪੱਧਰ 'ਤੇ ਇਨਵੋਲਵ ਹੁੰਦਾ ਆ। ਸੋ ਪੈਸੇ ਇਕੱਠੇ ਕਰਨੇ, ਫੰਡ ਰੇਜ਼ ਕਰਨੇ, ਉਸ ਇਲੈਕਸ਼ਨ ਪ੍ਰਚਾਰ ਦੇ ਵਾਸਤੇ ਸਾਰਾ ਕੁਛ ਜੁਗਾੜ ਬਣਾਉਣਾ, ਪਹਿਲਾਂ ਤੋਂ ਤਿਆਰੀਆਂ ਜਿਹੜੀਆਂ ਆਰੰਭ ਦਿੱਤੀਆਂ ਜਾਂਦੀਆਂ। ਅਤੇ ਸਿਟੀ ਚੋਣਾਂ ਸਰੀ ਦੀਆਂ ਜਿਹੜੀਆਂ ਆਲਵੇਜ਼ ਹੀ ਹਮੇਸ਼ਾ ਗਰਮਾਉਂਦੀਆਂ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦੋਸਤੋ, ਗੁਰਪ੍ਰੀਤ ਸਿੰਘ ਸੋਤਾ ਹੋਣਾ ਨਾਲ ਅਸੀਂ ਸਿਟੀ ਇਲੈਕਸ਼ਨ ਬਾਰੇ ਗੱਲਬਾਤ ਕੀਤੀ ਆ। ਹਰ ਸੋਮਵਾਰ ਇਸ ਵੇਲੇ ਤੁਹਾਡੇ ਕੋਲ ਇਸ ਹਫ਼ਤੇ ਦੀ ਅਪਡੇਟ ਲੈ ਕੇ ਅਸੀਂ 15 ਅਕਤੂਬਰ ਤੱਕ ਹਾਜ਼ਰ ਹੋਇਆ ਕਰਾਂਗੇ। ਕੈਮਰਾਮੈਨ ਨਮਿਤ ਪ੍ਰੇਸਰ ਨਾਲ, ਜਿਸ ਕਾਰਨ ਚੈਨਲ ਪੰਜਾਬੀ ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।